ਧਾਮੀ ਸਾਹਿਬ ਠੱਗੀਆਂ ਚੋਰੀਆਂ ਮਤਲਬ ਕਿਹੜੀਆਂ ਕਿਹੜੀਆਂ ਕਰਤੂਤਾਂ ਗਣਾਈਆਂ। ਹੁਣ ਜਿਹੜੀ ਨਵੀਂ ਪਤਾ ਲੱਗੀ ਹੈ, ਤੁਹਾਡਾ ਮੈਨੇਜਰ ਗੁਰੂ ਘਰ ਦੇ ਗੁੰਮਤ ਤੇ ਚੜ੍ਹ ਕੇ ਦਾਰੂ ਪੀਂਦਾ ਸੀ, ਦਰਸ਼ਨੀ ਡਿਊਟੀ ਤੇ ਖੜ ਕੇ ਦਾਰੂ ਪੀਂਦਾ ਸੀ। ਸ਼ਿਕਾਇਤਾਂ ਵੀ ਬੜੀਆਂ ਕੀਤੀਆਂ ਪਰ ਕੋਈ ਫਰਕ ਨਹੀਂ ਪਿਆ। ਦੱਸਾਂਗੇ ਜੀ ਕਿਹੜਾ ਸੀਗਾ ਇਹਨਾਂ ਦਾ ਮੈਨੇਜਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਸਭ ਤੋਂ ਪਹਿਲਾਂ ਤਾਂ ਸਰਦੂਲਗੜ੍ਹ ਦਾ ਜਿਹੜਾ ਇਲਾਕਾ ਹੈ ਘੱਗਰ ਦੀ ਮਾਰ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਅਤੇ ਮੈਂ ਇਲਾਕਾ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਦਿਨ ਰਾਤ ਇੱਕ ਕਰ ਰਹੇ ਨੇ, ਜਿਤਾ ਰਹੇ ਨੇ ਇਹ ਨੌਜਵਾਨ ਕਿ ਪੰਜਾਬ 'ਤੇ ਜਿੰਨੀ ਮਰਜ਼ੀ ਮਾਰ ਪੈ ਜਾਵੇ। ਅਸੀਂ ਪਹਿਲਾਂ ਵੀ ਡਿੱਗ ਡਿੱਗ ਕੇ ਖੜ੍ਹੇ ਹਾਂ ਅਤੇ ਇਸ ਵਾਰ ਵੀ ਖੜਾਂਗੇ। ਜਿਹਨਾਂ ਦੀਆਂ ਫਸਲਾਂ ਉੱਜੜੀਆਂ ਨੇ, ਕਈ ਬਜ਼ੁਰਗ ਵਿਚਾਰੇ ਮੰਜਿਆਂ 'ਤੇ ਪੈ ਗਏ ਆ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਬਾਪੂ ਜੇ ਸਰਕਾਰਾਂ ਨਾ ਵੀ ਸਾਥ ਦੇਣਗੀਆਂ ਤਾਂ ਅਸੀਂ ਦੇਣ ਵਾਸਤੇ ਹੈਗੇ ਹਾਂ। ਬਾਹਰ NRI ਵੀਰ ਬੈਠੇ ਨੇ, ਉਹ ਸਾਥ ਦੇਣਗੇ। ਕੋਈ ਵੀ ਆਪਣਾ ਮਨ ਨਾ ਛੱਡਿਓ, ਕਿਉਂਕਿ ਸਰੀਰ ਜੇ ਸੁਖੀ ਹੈ ਤਾਂ ਸਾਰਾ ਕੁਝ ਦੁਆਰ ਤੋਂ ਅਸੀਂ ਬਣਾ ਲਾਂਗੇ। ਹੱਥ ਨੂੰ ਹੱਥ ਅਤੇ ਜ਼ਰੂਰ ਤੁਹਾਡਾ ਅੱਗੇ ਵੱਧ ਕੇ ਸਾਥ ਦੇਵਾਂਗੇ। ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਭਾਨਾ ਸਿੱਧੂ ਬਹੁਤ ਵਧੀਆ ਤਰੀਕੇ ਨਾਲ ਇਹ ਕਾਰਜ ਕਰ ਰਿਹਾ। ਮਨਜੋਤ ਸਿੰਘ ਤਲਵੰਡੀ ਹੋ ਗਿਆ, ਪਾਲ ਖਰੋੜ ਹੋ ਗਿਆ, ਇਹ ਵੀਰ ਨੇ ਕੁਝ ਜਿਹੜੇ ਗਰਾਊਂਡ ਜ਼ੀਰੋ ਦੇ ਉੱਤੇ ਪਾਣੀ ਦੇ ਵਿੱਚ ਮਤਲਬ ਉੱਤਰ ਕੇ ਲੋਕਾਂ ਨੂੰ ਬਚਾ ਕੇ ਘਰਾਂ 'ਚੋਂ ਲੈ ਕੇ ਆਇਆ। ਰਾਜ ਸਿੰਘ ਖਾਲਸਾ ਵੀ ਇਹਨਾਂ ਦੇ ਨਾਲ ਹੈ। ਇਸ ਸਾਰੇ ਗਰੁੱਪ ਨੂੰ ਮੇਰੇ ਵੱਲੋਂ ਸਲਾਮ ਹੈ, ਦਿਲੋਂ ਮਤਲਬ ਇੱਜ਼ਤ ਹੈ ਇਸ ਗਰੁੱਪ ਵਾਸਤੇ, ਅਤੇ ਉਮੀਦ ਕਰਦਾ ਵੀ ਸਾਰੀ ਸੰਗਤ ਇਹਨਾਂ ਨੂੰ ਇੱਦਾਂ ਹੀ ਪਿਆਰ ਸਤਿਕਾਰ ਦੇਵੇਗੀ। ਅਤੇ ਜੋ ਵੀ ਇਹਨਾਂ ਨੌਜਵਾਨਾਂ ਨੂੰ ਮਦਦ ਚਾਹੀਦੀ ਹੈ ਉਸ ਵਾਸਤੇ NRI ਵੀਰ ਵੀ ਇਹਨਾਂ ਦੀ ਵੱਧ ਚੜ੍ਹ ਕੇ ਮਦਦ ਕਰਨਗੇ, ਕਿਉਂਕਿ ਇਹ ਮਾੜਾ ਵੇਲਾ ਹੈ ਪੰਜਾਬ ਦੇ ਉੱਤੇ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਜੇ ਦਾ ਹੱਥ ਫੜੀਏ, ਕਿਸੇ ਨੂੰ ਵੀ ਡੁੱਬਣ ਨਾ ਦਈਏ, ਕਿਸੇ ਨੂੰ ਵੀ ਇਸ ਤਰਾਸਦੀ ਦੇ ਵਿੱਚ ਇੰਨਾ ਡਿਪਰੈਸ਼ਨ 'ਚ ਨਾ ਜਾਣ ਦਈਏ ਕਿ ਉਹਨੂੰ ਲੱਗੇ ਕਿ ਮੇਰਾ ਤਾਂ ਸਾਰਾ ਕੁਛ ਹੀ ਉੱਜੜ ਗਿਆ। ਕਿਉਂਕਿ ਜਿਹਨਾਂ ਨੇ ਬਚਾਉਣਾ ਸੀਗਾ ਉਹ ਤਾਂ ਆਪ ਗੁਰੂ ਘਰ 'ਚ ਰਹਿ ਕੇ ਸਭ ਕੁਝ ਉਜਾੜੀ ਬੈਠੇ ਆ। ਉਹਨਾਂ ਤੋਂ ਤਾਂ ਕੋਈ ਉਮੀਦ ਅਸੀਂ ਕਰ ਨਹੀਂ ਸਕਦੇ, ਉਹ ਸਿਰਫ ਖਾਨਾ ਪੂਰਤੀਆਂ ਹੀ ਕਰ ਸਕਦੇ ਨੇ। ਆਓ ਜੀ SGPC ਦੀ ਹੀ ਗੱਲ ਕਰ ਰਹੇ ਹਾਂ ਅਤੇ SGPC 'ਤੇ ਹੀ ਆਉਂਦੇ ਹਾਂ। ਪਤਾ ਲੱਗਿਆ ਜੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਨਾਰਾਜ਼ਗੀ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਇੰਪਲੋਇਮੈਂਟ ਯੂਨੀਅਨ ਦਾ ਗਠਨ ਹੋ ਗਿਆ ਹੈ। ਇਹ ਜਿਹੜਾ ਗਠਨ ਹੈਗਾ ਹੈ ਜੀ, ਇਹ ਇੰਡੀਅਨ ਟੈਂਡਰ ਯੂਨੀਅਨ ਐਕਟ EPF-MR 1926 ਅਤੇ 1952 ਐਕਟ ਦੇ ਤਹਿਤ ਹੋਇਆ ਹੈ। ਹੁਣ ਮੈਂ ਇਹ ਕਹਿਣਾ ਵੀ ਹੁਣ ਤਾਂ ਘੱਟੋ ਘੱਟ ਧਾਮੀ ਸਾਹਿਬ ਜਾਂ ਤੁਹਾਡੇ ਜਿਹੜੇ ਨਾਲ ਹੋਰ ਦੂਸਰੇ ਗੁਰਬਚਨ ਸਿੰਘ ਗਰੇਵਾਲ ਜੀ, ਮਤਲਬ ਖਫਾ ਹੋਣ ਦਾ ਕੋਈ ਫਾਇਦਾ ਨਹੀਂ ਹੋਣਾ। ਹੁਣ ਇਹਨਾਂ ਨੇ ਮਤਲਬ ਯੂਨੀਅਨ ਦੇ ਵਿੱਚ ਤੁਹਾਨੂੰ ਦੱਸਦੇ 1,500 ਦੇ ਕਰੀਬ ਮੈਂਬਰ ਆਲਰੇਡੀ ਆ ਚੁੱਕੇ ਨੇ। ਇਹ ਯੂਨੀਅਨ ਪੂਰੀ ਤਰ੍ਹਾਂ ਬਣ ਚੁੱਕੀ ਹੈ। ਪ੍ਰਧਾਨ ਇਹਨਾਂ ਦੇ ਆਈ ਥਿੰਕ ਗੁਰਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ। ਪਰ ਇਹ ਯੂਨੀਅਨ ਬਣਾਉਣ ਦੀ ਲੋੜ ਕਿਉਂ ਪਈ, ਕਦੀ ਸੋਚਿਆ ਧਾਮੀ ਸਾਹਿਬ? ਕਿਉਂਕਿ ਤੁਹਾਨੂੰ ਨਾ ਐਵੇਂ ਲੱਗਦਾ ਵੀ ਸਾਰੇ ਲੋਕ ਬੇਵਕੂਫ ਨੇ ਅਤੇ ਹੁਣ ਤੁਹਾਡਾ ਡੰਡਾ ਪਹਿਲਾਂ ਵਾਂਗ ਚੱਲਦਾ ਰਹੂਗਾ। ਪਹਿਲਾਂ ਪ੍ਰਧਾਨਾਂ ਨੇ, ਜਥੇਦਾਰਾਂ ਨੇ ਜੋ ਚੌਧਰਾਂ ਸਾੜੀਆਂ ਨੇ ਉਹੀ ਚੌਧਰਾਂ ਤੁਸੀਂ ਇਸ ਵਾਰ ਵੀ ਸਾੜੋਗੇ। ਹੁਣ ਮੈਨੂੰ ਦੱਸੋ, ਹੜ੍ਹ ਪੀੜਤਾਂ ਵਾਸਤੇ ਤੁਸੀਂ ਮਤਲਬ ਵਿਚਾਰੇ ਲੋਅਰ ਦਰਜੇ ਦੇ ਜਿੰਨੇ ਇੰਪਲਾਈ ਹੈਗੇ ਨੇ SGPC ਦੇ, ਸਾਰਿਆਂ ਦੇ ਇੱਕ ਦਿਨ ਦੀ ਤਨਖਾਹ ਕੱਟਣ ਦਾ ਐਲਾਨ ਕਿਉਂ ਕੀਤਾ? ਦੱਸੋ। SGPC ਕੋਲ ਪੈਸਾ ਹੈ ਨਹੀਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ? ਭੀਖ ਮੰਗੋਗੇ? ਗਰੀਬਾਂ ਦਾ ਢਿੱਡ ਕੱਟ ਸਕਦੇ ਹੋ? ਜਿਹਨਾਂ ਦੀਆਂ ਲੱਖ ਲੱਖ ਤੋਂ ਉੱਤੇ ਦੀਆਂ ਤਨਖਾਹਾਂ ਨੇ ਉਹਨਾਂ ਨੂੰ ਕਹਿ ਦਿਓ 1 ਮਹੀਨੇ ਦੀ ਤਨਖਾਹ ਛੱਡ ਦੇਣ, ਆਪਣੀ ਛੱਡ ਦਿਓ। ਉੱਥੇ ਜਾਨ ਨਿਕਲਦੀ ਹੈ। ਗਰੀਬਾਂ ਦੇ ਇੱਕ ਦਿਨ ਦੀ ਤਨਖਾਹ ਤੁਸੀਂ ਜ਼ਰੂਰ ਕੱਟਣੀ ਹੈ। ਜਿਹਨਾਂ ਦੀ 20-25 ਹਜ਼ਾਰ ਤੋਂ ਲੈ ਕੇ 50,000 60,000 ਤੱਕ ਦੀ ਤਨਖਾਹ ਆ, ਉਹਨਾਂ ਦੇ ਸਿਰ ਤੇ ਤੁਸੀਂ ਜ਼ਰੂਰ ਮੜਨਾ ਹੈ ਇਹ ਕਰਜ਼ਾ। ਫਿਰ ਉਹ ਜਾਣਾ ਕਿੱਥੇ ਹੈ? ਉਹ ਸਾਰਾ ਦਾ ਸਾਰਾ ਚੈੱਕ ਦੇ ਰਾਹੀਂ ਜਾਊਗਾ ਸੁਖਬੀਰ ਸਿੰਘ ਬਾਦਲ ਨੂੰ, ਅਤੇ ਉਸ ਤੋਂ ਬਾਅਦ ਉਹਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣੇ ਨੇ, ਫੋਟੋਆਂ ਛਪਣੀਆਂ ਨੇ ਕਿ ਲਓ ਜੀ ਹੜ੍ਹ ਪੀੜਤਾਂ ਵਾਸਤੇ ਇੰਨੀ ਮਦਦ ਕੀਤੀ। ਮੈਂ ਅਗਰ ਉਰੇ ਕਹਾਂ ਵੀ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀਆਂ ਸਾਂਭਣ ਵਾਲਿਓ, ਜਥੇਦਾਰੋ, ਵੀ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਭਾਈ ਰਵੀ ਸਿੰਘ ਖਾਲਸਾ ਏਡ 1.5 ਲੱਖ ਪਾਉਂਡ ਇਫ ਆਮ ਨਾਟ ਰੋਂਗ ਹੜ੍ਹ ਪੀੜਤਾਂ ਵਾਸਤੇ ਉਹਨੇ ਐਲਾਨ ਦਿੱਤਾ ਖੜੇ ਪੈਰ ਵੀ ਜਿੱਥੇ ਲੋੜ ਪਊਗੀ ਤੇ ਮਦਦ ਗਰਾਊਂਡ ਜ਼ੀਰੋ ਤੇ ਪਹੁੰਚਾ ਰਹੇ ਨੇ। ਅਨਾਜ ਤੋਂ ਲੈ ਕੇ ਤਰਪਾਲਾਂ, ਦਰੀਆਂ ਤੋਂ ਲੈ ਕੇ ਬਿਸਤਰੀਆਂ ਤੋਂ ਲੈ ਕੇ ਪੀਣ ਦੇ ਪਾਣੀ ਤੋਂ ਲੈ ਕੇ, ਜੇ ਘਰ ਵੀ ਟੁੱਟੇ ਨੇ ਤਾਂ ਉਹਨਾਂ ਨੇ ਕਹਿ ਤਾ ਵੀ ਅਸੀਂ ਬਣਾ ਕੇ ਦੇਵਾਂਗੇ। ਤੁਹਾਨੂੰ ਕਿਉਂ ਮੌਤ ਪੈਂਦੀ ਹੈ? ਤੁਸੀਂ ਤਾਂ ਮਤਲਬ ਤੁਹਾਨੂੰ ਮੌਕਾ ਚਾਹੀਦਾ ਕਿਸੇ ਤਰੀਕੇ ਨਾਲ ਵੀ ਅਸੀਂ ਪੈਸਾ ਵੱਢ ਲਈਏ, ਅਸੀਂ ਜੋ ਮਰਜ਼ੀ ਹੋ ਜਾਵੇ, ਅਸੀਂ ਬਸ ਜੀ ਕਿਸੇ ਤਰ੍ਹਾਂ ਛਿੱਲ ਲਾ ਲਈਏ। ਚਾਹੇ ਗੁਰੂ ਦੀ ਗੋਲਕ ਹੋਵੇ ਉਹਨੂੰ ਘੁਣ ਲਾਣਾ ਤੁਸੀਂ, ਚਾਹੇ ਇੰਪਲਾਈਜ਼ ਹੋਣ ਉਹਨਾਂ ਦੀ ਛਿੱਲ ਲਾਣੀ ਹੈ, ਚਾਹੇ ਕੋਈ ਚੋਰੀ ਕਰਦਾ ਫੜਿਆ ਜਾਵੇ, ਚਾਹੇ ਕੋਈ ਠੱਗੀ ਮਾਰਦਾ ਫੜਿਆ ਜਾਵੇ, ਉਹਦੇ ਨਾਲ 15-20 ਬੰਦੇ ਹੋਰ ਲਪੇਟ ਲੈਣੇ ਆ ਤੇ ਫਿਰ ਉਹਨਾਂ ਤੋਂ ਜੁਰਮਾਨਾ ਵਸੂਲਣਾ। ਮਤਲਬ ਇਹ ਤਾਂ ਧੰਦਾ ਹੀ ਬਣ ਗਿਆ ਤੁਹਾਡਾ।
ਆ ਹੁਣ ਰੋਟੀਆਂ ਦੇ ਘਪਲੇ 'ਚ 8 ਬੰਦੇ ਕਰਪਟ ਹੋਣਗੇ, 50 ਬੰਦੇ 51 ਤੇ ਸਾਰਿਆਂ ਨੂੰ ਕਹਿੰਦਾ 2-2 ਲੱਖ ਰੁਪਈਆ ਤੁਸੀਂ ਜਮ੍ਹਾਂ ਕਰਾਓ ਜੀ, 1 ਕਰੋੜ ਪੂਰਾ ਕਰਨਾ ਆ। ਸ਼ਰਮ ਤਾਂ ਨਹੀਂ ਆਉਂਦੀ? ਦੂਜਿਆਂ ਦੀ ਹੱਕ ਹਲਾਲ ਦੀ ਕਮਾਈ ਨੂੰ ਤੁਸੀਂ ਕਿੱਦਾਂ ਭੰਗਾਂ ਦੇ ਭਾਣੇ ਰੋੜਦੇ ਹੋ? ਜਿਹਨਾਂ ਨੇ ਕੀਤਾ ਤੇ ਉਹਨਾਂ ਨੂੰ ਬਸ ਵੈਸੇ ਹੀ ਕੰਪਨੀਆਂ ਬਣਾ ਕੇ ਉਹਨਾਂ ਨੂੰ ਲੈ ਲੈਣਾ ਪੈਸਾ, ਉਹਨਾਂ ਦਾ ਨਾਮ ਵੀ ਵਿੱਚ ਨਹੀਂ ਆਉਣਾ, ਉਹਨਾਂ ਦੇ ਨਾਮ ਲਿਸਟਾਂ 'ਚੋਂ ਬਾਹਰ ਕੱਢ ਦੇਣੇ ਆ ਜਿਹੜੇ ਅਸਲ ਕਰਪਟ ਹੈਗੇ ਨੇ। ਕਿਉਂ? ਕਿਉਂਕਿ ਉਹ ਜਿਹੜੀ ਕਰਪਸ਼ਨ ਕਰਦੇ ਨੇ ਵੰਡ ਕੇ ਖਾਂਦੇ ਨੇ ਨਾ, ਹਿੱਸਾ ਪੱਤੀ ਤੁਹਾਨੂੰ ਵੀ ਪਹੁੰਚਦੀ ਹੋਊਗੀ, ਤਾਂ ਹੀ ਜ਼ਬਾਨ ਨਹੀਂ ਖੁੱਲਦੀ ਤੁਹਾਡੀ, ਤਾਂ ਹੀ ਸਿਰਫ ਤੇ ਸਿਰਫ ਜਿਹੜੇ EMPLOYEES ਨੇ ਉਹਨਾਂ ਨੂੰ ਪੜਤਾੜਨ ਵਾਸਤੇ ਲੱਗੇ ਹੋਏ ਹੋ ਤੁਸੀਂ। ਰਾਗੀ ਢਾਡੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਉਂਗਲਾਂ ਤੇ ਨਚਾਉਣ ਲੱਗੇ ਹੋਏ ਹੋ। ਪਹਿਲਾਂ ਕੋਈ ਗੱਲ ਨਹੀਂ, ਰਾਗੀਆਂ ਨੇ ਯੂਨੀਅਨ ਆਪਣੀ ਬਣਾਈ ਸੀ, ਹੁਣ ਆਹ ਜਿਹੜੇ ਤੁਹਾਡੇ ਕਾਮੇ ਛੋਟੇ ਹੈਗੇ ਨੇ ਉਹਨਾਂ ਨੇ ਵੀ ਯੂਨੀਅਨ ਬਣਾ ਲਈ ਆ। ਹੁਣ ਸਮਝ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇੱਕ ਸਾਡੀ ਧਾਰਮਿਕ ਸੰਸਥਾ ਹੁੰਦੀ ਸੀ, ਉਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਬਣ ਕੇ ਰਹਿ ਗਈ ਆ। ਸਾਨੂੰ ਖੁਸ਼ੀ ਨਹੀਂ ਹੋ ਰਹੀ ਇਹ ਕਹਿੰਦਿਆਂ, ਦੁੱਖ ਹੋ ਰਿਹਾ ਆ, ਪਰ ਇਹ ਅਗਰ ਬਣ ਕੇ ਰਹਿ ਗਈ ਹੈ ਇਦਾਂ ਤਾਂ ਤੁਹਾਡੀਆਂ ਕਰਤੂਤਾਂ ਨੇ। ਕੱਲ ਜਦੋਂ 500-700 ਹਜ਼ਾਰ ਬੰਦਾ ਆ ਕੇ ਧਰਨਾ ਤੁਹਾਡੇ ਸਾਹਮਣੇ ਦਫ਼ਤਰ ਦੇ ਲਾ ਰਿਹਾ ਸੀ ਦਰਬਾਰ ਸਾਹਿਬ, ਉਦੋਂ ਸ਼ਰਮ ਆਈ ਸੀ ਮਾੜੀ ਮੋਟੀ? ਉਦੋਂ ਜਿਹੜੇ ਬੰਦਿਆਂ ਨੂੰ ਤੁਸੀਂ ਬਾਹਰ ਤਬਾਦਲੇ ਇਹਨਾਂ ਦੇ ਕੀਤੇ ਸੀਗੇ, ਬੜੀ ਛੇਤੀ ਤਬਾਦਲੇ ਫਿਰ ਤਾਂ ਤੁਸੀਂ ਉਹਨਾਂ ਦੇ ਬਰਖਾਸਤ ਕਰਤੇ, ਖਤਮ ਕਰਤੇ ਵੀ ਨਹੀਂ ਜੀ ਕਿਸੇ ਦਾ ਤਬਾਦਲਾ ਨਹੀਂ ਕਰ ਰਹੇ, ਕਿਸੇ ਦਾ ਗਲਤੀ ਨਾਲ ਹੋ ਗਿਆ ਸੀ ਤਬਾਦਲਾ, ਗਲਤੀ ਨਾਲ ਤਬਾਦਲਾ ਹੋ ਗਿਆ। ਇਹ ਤੁਹਾਡੀਆਂ ਕਰਤੂਤਾਂ ਨੇ। ਸਰਕਾਰਾਂ ਵਾਂਗ ਤੁਸੀਂ ਵੀ ਚੁੰਡੀ ਵੱਢ ਕੇ ਦੇਖਦੇ ਹੋ ਕਿ ਜਾਗਦੇ ਕੇ ਸੁੱਤੇ ਵੀ ਇਹ ਹੱਲ ਹੁਣ ਵੀ ਜਿੱਦਾਂ ਇੰਨੇ ਦਹਾਕਿਆਂ ਤੋਂ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ EMPLOYEES ਜਿਹੜੇ ਹੈਗੇ ਨੇ ਗੁਲਾਮ ਬਣ ਕੇ ਆਏ ਨੇ ਤੇ ਹੁਣ ਵੀ ਗੁਲਾਮੀ ਦੀ ਜ਼ਿੰਦਗੀ ਕੱਟਦੇ ਨੇ ਕਿ ਨਹੀਂ ਕੱਟਦੇ? ਜਿਹਨਾਂ ਨੂੰ ਤੁਸੀਂ ਦਿਨ ਕਹਤਾ ਦਿਨ ਤੇ ਜਿਹਨਾਂ ਨੂੰ ਰਾਤ ਕਹਤਾ ਰਾਤ, ਨਾ ਹੁਣ ਨਹੀਂ ਕੱਟਦੇ। ਆਹੀ ਬਦਲਾਅ ਮੈਂ ਚਾਹੁੰਦਾ ਸੀਗਾ, ਆ ਗਿਆ ਆ। ਤੇ ਹੁਣ ਆ ਜਿਹਨਾਂ ਨੇ ਯੂਨੀਅਨਸ ਬਣਾਈਆਂ ਨਾ, ਉਹਨਾਂ ਭਰਾਵਾਂ ਨੂੰ ਬੇਨਤੀ ਹੈ ਵੀ ਬੇਸ਼ੱਕ ਮੈਂ ਕਹਿ ਦਿੱਤਾ ਕਿ ਪ੍ਰਾਈਵੇਟ ਲਿਮਟਿਡ ਫਰਮ ਵਾਂਗੂ ਇਹ ਇੱਕ ਸੰਸਥਾ ਬਣ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਰਾਵੋ ਯੂਨੀਅਨਸ ਬਣਾ ਲਈਆਂ ਨੇ, ਬਹੁਤ ਚੰਗੀ ਗੱਲ ਆ, ਪਰ ਸੱਚਾਈ ਵਾਸਤੇ ਗੁਰੂ ਰਾਮਦਾਸ ਦਾ ਦਰ ਹੈ। ਇਤਿਹਾਸਿਕ ਗੁਰੂ ਘਰ ਸਾਡੇ ਬਹੁਤ ਨੇ ਤੇ ਤੁਸੀਂ ਉਹਨਾਂ ਦੇ ਉੱਤੇ ਸੇਵਾ ਨਿਭਾਣੀ ਹੈ। ਚਾਹੇ ਯੂਨੀਅਨ ਬਣਾਓ, ਜੋ ਮਰਜ਼ੀ ਕਰੋ, ਪਰ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਆ ਧੋਖੇ ਦੇਣ ਵਾਲੇ, ਘਪਲੇ ਕਰਨ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਜੱਗ ਜ਼ਾਹਿਰ ਕਰਨਾ ਸ਼ੁਰੂ ਕਰੋ। ਹੁਣ ਗੰਦ ਸਾਫ਼ ਕਰਨ ਦੀ ਸ਼ੁਰੂਆਤ ਕੀਤੀ ਹੈ ਨਾ, ਤਾਂ ਹੁਣ ਬੈਠੇ ਹੋ ਨਾ ਜਦੋਂ ਤੱਕ ਇਹ ਸਾਰਾ ਗੰਦ ਕੱਢ ਕੇ ਅਸੀਂ ਬਾਹਰ ਨਹੀਂ ਮਾਰਦੇ। ਫਿਰ ਚਾਹੇ ਕੋਈ ਜਥੇਦਾਰ ਹੋਵੇ, ਪ੍ਰਧਾਨ ਹੋਵੇ, ਜੋ ਤੁਹਾਡੇ ਕੋਲ ਕੱਚੇ ਚਿੱਠੇ ਹੁੰਦੇ ਨੇ, ਜਿਹਨਾਂ ਦੇ ਕਾਂਡ ਹੈਗੇ ਨੇ, ਮੈਂ ਪਹਿਲਾਂ ਕਿਹਾ ਆ, ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ, ਮੈਨੂੰ ਮੈਸੇਜ ਕਰ ਦਿਓ, ਮੈਨੂੰ WhatsApp ਦੇ ਉੱਤੇ ਵੀਡੀਓਜ਼ ਭੇਜ ਦਿਓ, ਸ਼ਾਰਟਸ ਭੇਜ ਦਿਓ, ਇਹਨਾਂ ਦੇ ਜੋ ਵੀ ਤੁਹਾਡੇ ਕੋਲ ਐਵੀਡੈਂਸ ਹੈਗੇ ਨੇ। ਜੇ ਤੁਹਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੁਰਾਣੀਆਂ ਦੱਬੀਆਂ ਹੋਈਆਂ ਰਿਪੋਰਟਾਂ ਹੈਗੀਆਂ ਨੇ, ਜਿੱਦਾਂ ਮੈਨੂੰ ਕਈ ਪਹੁੰਚੀਆਂ ਨੇ, ਉਹ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਨੇ, ਉਹ ਭੇਜੋ। ਕਿਸੇ ਦਾ ਨਾਮ ਸਾਹਮਣੇ ਆਉਂਦਾ, ਸਭ ਕੁਝ ਗੁਪਤ ਰੱਖਿਆ ਜਾਊਗਾ। ਆਪਣੇ ਨੰਬਰਸ ਤੋਂ ਨਾ ਭੇਜਿਆ ਕਰੋ, ਕਿਸੇ ਹੋਰ ਦੇ ਨੰਬਰ ਤੋਂ ਭੇਜ ਦਿਆ ਕਰੋ, ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਫੋਨ ਫੜ ਕੇ ਤੇ ਮੇਰੇ ਨੰਬਰ ਡਾਇਲ ਕਰਕੇ ਦੇਖਦੇ ਆ, ਠੀਕ ਹੈ ਜੀ। ਤੇ ਤੁਸੀਂ ਜਦੋਂ ਵੀ ਮੈਨੂੰ ਜਿਸ ਵੀ ਨੰਬਰ ਤੋਂ ਭੇਜਦੇ ਹੋ, ਕਾਲ ਕਰਕੇ ਉਸੇ ਵੇਲੇ ਮੈਨੂੰ ਦੱਸ ਦਿਓ, ਜਾਂ ਜਿਹਦੇ ਥਰੂ ਭੇਜ ਰਹੇ ਹੋ ਉਹਨੂੰ ਕਹੋ ਵੀ ਇਸੇ ਵੇਲੇ ਕਾਲ ਕਰਕੇ ਜਾਂ ਉੱਥੇ ਮੈਸੇਜ ਸੁੱਟੋ 1-2 ਵਾਰ। ਜਦੋਂ ਤੱਕ ਮੈਂ ਫੋਨ ਨਾ ਚੱਕਾਂ, ਮੈਨੂੰ ਕਾਲ ਕਰਦੇ ਰਹੋ, ਦੱਸੋ ਮੈਨੂੰ ਕਾਲ ਕਰਕੇ ਕਿ ਆਹ ਇੰਪੋਰਟੈਂਟ ਚੀਜ਼ ਭੇਜੀ ਹੈ, ਤਾਂ ਕਿ ਮੈਂ ਉਹ ਕੱਚੇ ਚਿੱਠੇ ਵੀ ਸੰਗਤ ਦੇ ਸਾਹਮਣੇ ਰੱਖ ਸਕਾਂ, ਕਿਉਂਕਿ ਬੇਸ਼ਰਮੀ ਦੀਆਂ ਹੱਦਾਂ ਹੁਣ ਪਾਰ ਹੋ ਗਈਆਂ ਨੇ। ਇਹ ਤਾਂ ਕਨਫਰਮ ਹੀ ਹੈ ਦੁਨੀਆ ਨੂੰ ਕਿ ਜਥੇਦਾਰ ਹੋਵੇ, ਪ੍ਰਧਾਨ ਹੋਵੇ, ਲੱਗਦਾ ਕਿੱਧਰੋਂ ਆ? ਬਾਦਲਾਂ ਵੱਲੋਂ ਲੱਗਦਾ ਆ। ਤੇ ਇਹਨਾਂ ਨੇ ਤਾਂ ਆਪਣੀ ਇਹ ਫਰਮ ਹੀ ਬਣਾ ਲਈ ਹੈ। ਇਹਨਾਂ ਵਾਸਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੋਰ ਜਥੇਬੰਦੀ ਜਾਂ ਸੰਸਥਾ ਨਹੀਂ ਹੈਗੀ। ਇਹਨਾਂ ਵਾਸਤੇ ਸਿਰਫ ਪੈਸੇ ਦੀ ਇੱਕ ਖਦਾਨ ਆ ਉਹ, ਜਾਂ ਵੋਟਾਂ ਖਿੱਚਣ ਦਾ ਇੱਕ ਜ਼ਰੀਆ ਆ। ਤਾਂ ਹੀ ਤਾਂ ਜਥੇਦਾਰ ਪ੍ਰਧਾਨ ਜਿਹੜੇ ਹੁੰਦੇ ਸੀਗੇ ਤਾਂ ਉਹ 1 ਮਿੰਟ 'ਚ ਜਵਾਬ ਦਿੰਦੇ ਸੀ, ਜਾਂ ਅਕਾਲੀ ਦਲ ਹਾਰ ਗਿਆ ਤੇ ਲਓ ਜੀ ਹੁਣ ਪੰਥ ਪਿੱਛੇ ਹੋ ਗਿਆ ਜੀ, ਸਿੱਖ ਪੰਥ ਹਾਰ ਗਿਆ। ਇਹਨਾਂ ਦੇ ਬਿਆਨ ਨੇ ਜਥੇਦਾਰਾਂ ਦੇ, ਪ੍ਰਧਾਨਾਂ ਦੇ। ਆ ਪਿੱਛੇ ਜਦੋਂ ਅਕਾਲੀ ਦਲ ਹਾਰਿਆ ਸੀ, ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਸੀ, ਤਾਂ ਫਿਰ ਕਿੰਨਾ ਕਿ ਉਹ ਬਹੁਤ ਚੜ੍ਹਦੀ ਕਲਾ ਵਾਲਾ ਬਿਆਨ ਸੀਗਾ। ਮਤਲਬ ਸਾਡਾ ਸਾਰਾ ਪੰਥ ਸਿੱਖ ਪੰਥ ਇੱਕ ਪਰਿਵਾਰ ਹੋਗਾ। ਜੋ ਉਹਨਾਂ ਦਾ ਬੇੜਾ ਬਹਿ ਗਿਆ, ਜਿਹਨਾਂ ਨੇ ਬੇਅਦਬੀਆਂ ਕਰਵਾਈਆਂ, ਜਿਹਨਾਂ ਨੇ ਸੌਦਾ ਸਾਧ ਮਾਫ ਕੀਤਾ, ਜਿਹਨਾਂ ਨੇ ਚੋਲਾ ਬਣਾ ਕੇ ਸੌਦਾ ਸਾਧ ਨੂੰ ਭੇਜਿਆ, ਜਿਹਨਾਂ ਨੇ 5 ਵਾਰ ਪੰਜਾਬ ਤੇ 25 ਸਾਲ ਰਾਜ ਕੀਤਾ, ਪੰਜਾਬ ਦਾ ਬੇੜਾ ਗਰਕ ਕਰਤਾ, ਜਿਹਨਾਂ ਨੇ ਨਸ਼ੇ ਦਾ ਹੜ੍ਹ ਪੰਜਾਬ 'ਚ ਬਹਾਤਾ। ਹੱਲੇ ਹੋਰ ਕੀ ਭਾਲਦੇ ਹਾਂ ਅਸੀਂ? ਹੱਲੇ ਵੀ ਜਿਹੜੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਹੋ, ਜਿਹੜੇ ਉਹਨਾਂ ਦੇ ਤਲਵੇ ਚੜ੍ਹਦੇ ਹੋ, ਮੈਂ ਤਾਂ ਸਿੱਧਾ ਕਹਿਣਾ ਵੀ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੇ ਪਨੀਰੀਆਂ ਦਾ ਵੀ ਭਵਿੱਖ ਗਰਕ ਕਰ ਰਹੇ ਹੋ। ਕਿੱਥੇ ਕਰਮ ਉਹਦੇ ਕੋਲ ਜਾ ਕੇ ਭੁਗਤਾ ਲਓਗੇ ਤੁਸੀਂ। ਖੈਰ ਅੱਗੇ ਆਨੇ ਆ। ਹੁਣ ਮਤਲਬ ਜੋ ਯੂਨੀਅਨ ਬਣ ਗਈ ਉਹ ਤਾਂ ਬਣ ਗਈ ਹੈ, ਠੀਕ ਹੈ ਜੀ। ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹਨਾਂ ਦੇ ਕਿਹੜੇ ਗੁਰੂ ਘਰ ਦੇ ਵਿੱਚ ਇੱਕ ਸ਼ਰਾਬੀ ਮੈਨੇਜਰ ਹੁੰਦਾ ਸੀ, ਜਿਹੜਾ ਪੜਕਾਂ ਮਾਰਦਾ ਹੁੰਦਾ ਸੀਗਾ, ਗੁੰਬਦ ਦੇ ਉੱਤੇ ਚੜ੍ਹ ਕੇ ਸ਼ਰਾਬ ਪੀਂਦਾ ਸੀਗਾ। ਉਹ ਬੰਦਾ ਦਰਸ਼ਨੀ ਡਿਓੜੀ 'ਚ ਖੜ੍ਹ ਕੇ ਸ਼ਰਾਬ ਸਰੇਆਮ ਪੀਂਦਾ ਸੀਗਾ। ਬੜੀਆਂ ਕੰਪਲੇਂਟਸ ਉਹਨਾਂ ਦੇ ਉਹਦੇ ਵਾਸਤੇ ਕੀਤੀਆਂ। ਗੱਲ ਪੁਰਾਣੀ ਹੈ, ਪਰ ਹੁਣ ਜੇ ਸਾਹਮਣੇ ਆਈ ਹੈ ਤਾਂ ਸੁਣਾਣੀ ਹੈ, ਠੀਕ ਹੈ ਜੀ। ਗੱਲ ਹੈਗੀ ਹੈ ਜੀ ਜੀਂਦ ਦੀ ਧਮਸਾਨ ਸਾਹਿਬ ਗੁਰੂ ਘਰ ਦੀ, ਠੀਕ ਹੈ ਜੀ। ਉੱਥੇ ਹੁੰਦਾ ਸੀਗਾ ਮੈਨੇਜਰ ਇਹਨਾਂ ਦਾ ਮਕੰਦ ਸਿੰਘ।
ਮਕੰਦ ਸਿੰਘ ਦੇ ਖਿਲਾਫ ਜੋਗਿੰਦਰ ਸਿੰਘ ਐਰਵਾ ਇਹ ਮੈਂਬਰ ਸੀਗੇ ਐਸਜੀਪੀਸੀ ਦੇ। ਇਹਨਾਂ ਨੇ ਮਤਲਬ ਬਹੁਤ ਚੰਗਾ ਬੰਦਾ ਸੀ ਇਹਨੇ ਬੜੀ ਵਾਰ ਕੰਪਲੇਂਟ ਕੀਤੀ ਸੀ ਕਿ ਇਹ ਮਕੰਦ ਸਿੰਘ ਜਿਹੜਾ ਹੈਗਾ ਆ ਇਹ ਗੰਦ ਸਿੰਘ ਆ, ਇਹ ਦਰਸ਼ਨੀ ਡਿਊਟੀ 'ਚ ਖੜਾ ਹੋ ਕੇ ਦਾਰੂ ਪੀਂਦਾ, ਗੁੰਬਦ ਤੇ ਚੜ ਕੇ ਦਰਬਾਰ ਸਾਹਿਬ ਦੇ ਗੁੰਬਦ ਤੇ ਚੜ ਕੇ ਦਾਰੂ ਪੀਂਦਾ ਆ, ਸ਼ਰਾਬ ਪੀਂਦਾ ਆ, ਪਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੀ ਉਦੋਂ। ਉਸ ਤੋਂ ਬਾਅਦ ਉਸ ਵੇਲੇ ਬਡੂੰਗਰ ਪ੍ਰਧਾਨ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਬੜੇ ਲੋਕਾਂ ਨੇ ਮਿੰਨਤਾਂ ਕੀਤੀਆਂ ਵੀ ਇਹ ਬੰਦਾ ਠੀਕ ਨਹੀਂ ਹੈ। ਕਾਰਵਾਈ ਦੇ ਨਾਮ ਤੇ ਸੰਗਤ ਜੀ ਪਤਾ ਕੀ ਕੀਤਾ ਗਿਆ, ਇਹਦੇ ਵੀ ਤਬਾਦਲਾ ਕਰ ਦਿੱਤਾ ਗਿਆ। ਹੁਣ ਤੁਸੀਂ ਆਪ ਸੋਚ ਸਕਦੇ ਹੋ ਇਹ ਗੱਲ ਜਿਹੜੀ ਹੈਗੀ ਹੈ ਤਕਰੀਬਨ 99 ਦੀ ਜਾਂ 2000 ਦੀ ਗੱਲ ਆ, ਬੇਸ਼ੱਕ ਇੰਨੀ ਪੁਰਾਣੀ, ਮਤਲਬ ਉਦੋਂ ਦਾ ਇਹ ਗੰਦ ਸਮੇਟੀ ਆ ਰਹੇ ਨੇ ਆਪਣੇ ਕੋਲ। ਅੱਜ ਵੀ ਆਹ ਗੰਦ ਸਿੰਘ ਸ਼ਾਇਦ ਜਿਉਂਦਾ ਆ। ਇਹਨਾਂ ਨੂੰ ਅਗਰ ਅਕਲ ਹੁੰਦੀ, ਜੇ ਇੰਨੇ ਜ਼ਮੀਰ ਐਸਜੀਪੀਸੀ ਵਾਲਿਆਂ ਦੇ ਜਾਗਦੇ ਹੁੰਦੇ, ਸਾਡੇ ਪ੍ਰਧਾਨਾਂ ਦੇ ਜਥੇਦਾਰਾਂ ਦੇ ਜਾਗਦੇ ਹੁੰਦੇ, ਤੇ ਉਹਨਾਂ ਨੂੰ ਪਤਾ ਲੱਗ ਗਿਆ ਜਦ ਵੀ ਗੁਰੂ ਘਰ ਦੇ ਗੁੰਬਦ ਤੇ ਚੜ ਕੇ ਕੋਈ ਦਾਰੂ ਪੀ ਰਿਹਾ ਹੈ, ਸਾਡਾ ਮੈਨੇਜਰ ਦਰਸ਼ਨੀ ਡਿਊਟੀ ਤੇ ਖੜਾ ਹੋ ਕੇ ਦਾਰੂ ਪੀ ਰਿਹਾ ਹੈ, ਸਾਡਾ ਮੈਨੇਜਰ, ਮਾਸ ਮੱਛੀ ਸਭ ਉੱਥੇ ਚੱਲ ਰਹੀ ਹੈ, ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਸਿਰਫ ਤਬਾਦਲਾ ਕਰਤਾ। ਇਹ ਤਾਂ ਚਲੋ ਛੱਡੋ, ਅੱਗੇ ਆ ਜਾਓ। ਹੁਣ ਇਸੇ ਗੁਰੂ ਘਰ ਨੂੰ ਲੈ ਕੇ ਚੱਲਦੇ ਆ। ਇਸ ਗੁਰੂ ਘਰ ਦੇ ਵਿੱਚ ਮਤਲਬ ਹਰਿਆਣਾ ਦੇ ਵਿੱਚ ਇਹ ਪੈਂਦਾ ਹੈ ਜੀਂਦ, ਤੇ ਮਤਲਬ ਜਿਹਨੂੰ ਵੀ ਇਹਨਾਂ ਨੂੰ ਇਹ ਗੁਰੂ ਘਰ ਲੱਗਦਾ ਵੀ ਸਜ਼ਾ ਦੇਣ ਵਾਸਤੇ ਸਭ ਤੋਂ ਵਧੀਆ ਆ। ਪੰਜਾਬ ਦੇ ਬੰਦਿਆਂ ਨੂੰ ਅਗਰ ਸਜ਼ਾ ਦੇਣੀ ਹੈ, ਇਹਨਾਂ ਨੇ ਤਬਾਦਲਾ ਚੱਕ ਕੇ ਉਸ ਗੁਰੂ ਘਰ 'ਚ ਕਰ ਦਿੰਦੇ, ਪਰ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਜਿਹਨਾਂ ਨੇ ਸੇਵਾ ਕਰਨੀ ਹੈ ਉਹਨਾਂ ਵਾਸਤੇ ਉਹ ਸਜ਼ਾ ਨਹੀਂ ਹੈ। ਪਰ ਹਾਂ, ਇਸ ਗੁਰੂ ਘਰ ਦੇ ਵਿੱਚ ਇੱਕ ਹੋਰ ਖਾਸ ਚੀਜ਼ ਹੈ। ਬੇਸ਼ੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਪਰ ਇਸ ਗੁਰਦੁਆਰੇ ਤੇ ਅਜੇ ਵੀ ਐਸਜੀਪੀਸੀ ਦਾ ਹੀ ਰਾਜ ਹੈ, ਤੇ ਇਸ ਗੁਰਦੁਆਰੇ ਦੇ ਨਾਮ 700 ਕਿੱਲਾ ਜ਼ਮੀਨ ਹੈ। ਸੰਗਤ ਜੀ, ਹਾਂਜੀ ਬਿਲਕੁਲ ਸਹੀ ਸੁਣਿਆ, 700 ਕਿੱਲਾ ਜ਼ਮੀਨ ਹੈ ਇਸ ਗੁਰੂ ਘਰ ਦੇ ਨਾਮ। ਹੁਣ ਧਾਮੀ ਸਾਹਿਬ ਮੈਨੂੰ ਇਹ ਦੱਸਿਓ ਵੀ ਉਹ 700 ਕਿੱਲਾ ਜ਼ਮੀਨ ਜਿਹੜੀ ਹੈਗੀ ਉਹਦੀ ਵਾਹੀ ਕੌਣ ਕਰਦਾ ਆ, ਕਮਾਈ ਕੌਣ ਕਰਦਾ ਆ, ਤੇ ਕਿਹੜਾ ਘਰ ਭਰਦਾ ਆ? ਅੱਜ ਤੱਕ ਕਿੰਨੇ ਪੈਸੇ ਉਸ ਜ਼ਮੀਨ ਤੋਂ ਠੇਕੇ ਦੇ ਵਜੋਂ ਆਏ ਆ? ਮੈਂ ਤਾਂ ਕਹਿਣਾ ਕਿਉਂਕਿ ਤੁਹਾਡੇ ਅੱਗੇ ਠੇਕਿਆਂ ਦੇ ਵੀ ਰਾਜ ਖੋਲਦਾ ਆ। ਜਿਹੜੀਆਂ ਤੁਸੀਂ ਜ਼ਮੀਨਾਂ ਲੋਕਾਂ ਨੂੰ ਠੇਕੇ ਤੇ ਦਿੰਦੇ ਹੋ ਨਾ, ਤੇ ਉਹਦੇ ਵਿੱਚ ਠੇਕਾ ਲੈਣੇ ਕਿੰਨਾ ਹੋ ਤੇ ਉਹਨੂੰ ਬਿੱਲ ਕੱਟ ਕੇ ਦਿੰਦੇ ਕਿੰਨਾ ਹੋ, ਉੱਤੇ ਵੀ ਅੱਗੇ ਆਊਂਗਾ। ਫਿਰ ਕਿੱਦਾਂ ਖੜੀਆਂ ਫਸਲਾਂ ਲੋਕਾਂ ਦੀਆਂ, ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਤੁਸੀਂ 20-20 ਏਕੜ ਫਸਲ ਵੱਢ ਕੇ ਗੋਲ ਕਰ ਜਾਂਦੇ ਹੋ। 100-100 200-200 ਟਰਾਲੀਆਂ ਜਿਹੜੀਆਂ ਹੁੰਦੀਆਂ ਨੇ ਤੂੜੀ ਦੀਆਂ, ਉਹ ਮੁਕਾ ਜਾਂਦੇ ਹੋ। ਕਾਰਨ ਤਾਂ ਹੁੰਦੇ ਨੇ ਨਾ ਉਹਦੇ, ਕਿਉਂਕਿ ਅਸੀਂ ਆਪਣੇ ਢਿੱਡ ਭਰਨੇ ਹੁੰਦੇ ਨੇ। ਹੁਣ ਆ ਮੈਨੂੰ ਜ਼ਰੂਰ ਦੱਸਿਓ ਵੀ 700 ਕਿੱਲਾ ਜਿਹੜੀ ਜ਼ਮੀਨ ਹੈਗੀ ਹੈ, ਉਹ 700 ਕਿੱਲਾ ਜ਼ਮੀਨ ਬਾਈ ਕੌਣ ਕਰਦਾ ਆ? ਠੀਕ ਹੈ, ਧਮਸਾਨ ਸਾਹਿਬ ਦੀ, ਉਹਦੀ ਕਮਾਈ ਕਿੱਥੇ ਜਾਂਦੀ ਹੈ? ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕਰ ਰਹੀ ਹੈ ਨਾ ਕਿ ਹਾਂ? ਚਲੋ ਤੁਸੀਂ ਪਤਾ ਕਰਕੇ ਦੱਸਿਓ। ਨਹੀਂ ਪਤਾ ਲੱਗੂਗਾ ਫਿਰ ਅਸੀਂ ਦੱਸਾਂਗੇ ਕਿ ਆਖਿਰ ਤੁਸੀਂ ਉਸ ਜ਼ਮੀਨ ਦਾ ਕਰਦੇ ਕੀ ਹੋ, ਤੇ ਉਹ ਜ਼ਮੀਨ ਪਟੇ ਤੇ ਕਿਹਨੂੰ ਦਿੱਤੀ ਹੈ, ਕਿਹਨੂੰ ਨਹੀਂ ਦਿੱਤੀ, ਤੇ ਉਹਦੀ ਕਮਾਈ ਕਿੱਥੇ ਜਾਂਦੀ ਹੈ, ਕਿੱਥੇ ਨਹੀਂ ਜਾਂਦੀ। ਜ਼ਰੂਰ ਤੁਹਾਨੂੰ ਇਹ ਵੀ ਅਸੀਂ ਦੱਸਾਂਗੇ। ਤੇ ਨਾਲ ਨਾਲ ਧਾਮੀ ਸਾਹਿਬ ਤੁਹਾਨੂੰ ਮੈਂ ਥੋੜ੍ਹਾ ਜਿਹਾ ਰਿਮਾਈਂਡਰ ਵੀ ਦੇ ਦਾਂ ਵੀ ਦਰਸ਼ਨੀ ਡਿਊਟੀ ਵਾਲੇ ਜਿਹੜੇ ਦਰਵਾਜ਼ਿਆਂ ਦੀ ਗੱਲ ਹੈਗੀ ਹੈ, ਖੈਰ ਉਹ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਨਹੀਂ ਹੈ, ਉਹ ਮੈਨੂੰ ਕਨਫਰਮ ਹੋ ਗਿਆ ਆ ਵੀ ਉਹ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਉਹ ਚੀਜ਼ ਪ੍ਰਚਾਰੀ ਗਈ। ਉੱਤੇ ਵੀ ਅੱਗੇ ਐਕਸਪਲੇਨ ਸੰਗਤ ਨੂੰ ਕਰ ਦਾਂਗੇ, ਪਰ ਦਰਵਾਜ਼ੇ ਉਹ ਕਿੱਥੇ ਨੇ ਜੀ? ਠੀਕ ਹੈ ਜੀ, ਉਹ ਦਰਵਾਜ਼ੇ ਚਾਹੀਦੇ ਨੇ। ਜਿੰਨੀਆਂ ਰਿਪੋਰਟਾਂ ਤੁਸੀਂ ਦੱਬੀਆਂ ਹੋਈਆਂ ਨੇ ਉਹ ਰਿਪੋਰਟਾਂ, ਬੀਬੀ ਜਸਵੀਰ ਕੌਰ 1 ਕਿਲੋ ਫੀਮ ਵਾਲੀ ਉਹਦੀ ਰਿਪੋਰਟ, ਉਸ ਤੋਂ ਇਲਾਵਾ ਜਿਹੜਾ ਨੇ ਕਮਨ ਕੀਤਾ, ਜਿਹੜੇ ਸੋਨੇ ਦੇ ਕੀ ਬੋਲਦੇ ਆ ਚੌਰ ਸਾਹਿਬ ਹੋ ਗਏ, ਕਲਗੀ ਹੋ ਗਈ, ਤੇ ਹਾਰ ਹੋ ਗਿਆ ਚੋਰੀ ਕੀਤਾ, ਉਹਨਾਂ ਦੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਰਣਜੀਤ ਸਿੰਘ ਦਮਦਮਾ ਸਾਹਿਬ ਦਾ ਮੈਨੇਜਰ ਜਿਹੜਾ ਹੈਗਾ ਆ, ਜਿਹਨੇ ਕਿੰਨੀਆਂ ਕੁੱਤੀਆਂ ਕਰਤੂਤਾਂ ਕੀਤੀਆਂ, ਉਹਦਾ ਕੀ ਕਰ ਰਹੇ ਹੋ? ਇਹਦਾ ਪਲੀਜ਼ ਜਵਾਬ ਦਿਓ। ਤੇ ਜਿੰਨੀਆਂ ਰਿਪੋਰਟਾਂ ਦੱਬੀਆਂ ਹੋਈਆਂ ਨੇ ਉਹ ਰਿਪੋਰਟਾਂ ਤੁਸੀਂ ਨਸ਼ਰ ਕਰੋ ਜੀ ਆਪਣੀ ਸਾਈਟ ਦੇ ਉੱਤੇ, ਕਿਉਂਕਿ ਹੁਣ ਬੁੱਕਲ 'ਚ ਦੱਬੀਆਂ ਰਿਪੋਰਟਾਂ ਨਹੀਂ ਲੁਕਣੀਆਂ, ਉਹ ਤੁਹਾਨੂੰ ਇੱਕ ਇੱਕ ਕਰਕੇ ਜ਼ਾਹਿਰ ਕਰਨੀਆਂ ਪੈਣੀਆਂ ਨੇ। ਤੇ ਆਓ ਸੰਗਤ ਜੀ, ਹੁਣ ਤੁਹਾਨੂੰ ਦੱਸਦੇ ਵੀ ਇਹ ਜ਼ਮੀਨਾਂ ਜਿਹੜੀਆਂ ਐਸਜੀਪੀਸੀ ਦੀਆਂ ਲੋਕਾਂ ਨੂੰ ਠੇਕੇ ਤੇ ਦਿੰਦੇ ਨੇ ਤੇ ਉਹਨਾਂ ਦੇ ਨਾਲ ਧੋਖਾ ਕਿੱਦਾਂ ਖੱਟਦੇ ਨੇ। ਕਰਨੈਲ ਸਿੰਘ ਨੇ ਜੀ ਐਸਜੀਪੀਸੀ ਦੀ 75 ਏਕੜ ਜ਼ਮੀਨ ਇਹਨਾਂ ਨੇ ਠੇਕੇ ਤੇ ਲਿੱਤੀ ਸੀ। 46,000 ਰੁਪਇਆ ਪ੍ਰਤੀ ਏਕੜ ਭਾਅ ਤੈਅ ਹੋਇਆ ਸੀ। ਪਿੰਡ ਸ਼ਾਹਪੁਰ, ਬੇਲਾ, ਥਾਣਾ ਕੀਰਤਪੁਰ। ਠੀਕ ਹੈ ਜੀ, 34,65,000 ਰੁਪਏ ਐਸਜੀਪੀਸੀ ਨੂੰ ਭੁਗਤਾਨ ਕੀਤਾ ਗਿਆ। ਟੋਟਲ ਜ਼ਮੀਨ ਦੇ ਠੇਕੇ ਦਾ 34,65,000 ਰੁਪਈਆ। ਬਿੱਲ ਦਿੱਤਾ ਗਿਆ ਜੀ ਇਸ ਬੰਦੇ ਨੂੰ 32,65,000 ਦਾ। ਤੇ ਮੈਨੂੰ ਇਹ ਦੱਸੋ ਵੀ ਆਹ 2 ਲੱਖ ਰੁਪਈਆ ਜਿਹੜਾ ਵਿੱਚ ਖਾਦਾ, ਇਹ ਕਿਹਨੇ ਖਾਦਾ ਧਾਮੀ ਸਾਹਿਬ, ਤੇ ਕਿਉਂ ਖਾਦਾ? ਕਮਿਸ਼ਨ ਕਿਹਦੀ ਗਈ?
ਠੀਕ ਹੈ ਜੀ। ਅੱਗੇ ਵੀ ਆ ਜਾਓ, ਸਿਰਫ ਇੰਨਾ ਨਹੀਂ ਹੈਗਾ, ਅੱਗੇ ਵੀ ਬਹੁਤ ਕੁਛ ਆ। ਇਹ ਤਾਂ ਤੁਸੀਂ ਕਰ ਲਿਆ। ਉਸ ਤੋਂ ਬਾਅਦ 30/5/23 ਨੂੰ ਸੋਹਣ ਸਿੰਘ ਫੋਨ ਕਰਦਾ ਇਸ ਬੰਦੇ ਨੂੰ ਤੇ ਉਹ ਕਹਿੰਦਾ ਆ ਕਿ ਮੈਨੇਜਰ ਗੁਰਪ੍ਰੀਤ ਸਿੰਘ ਕੇਸਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਦਾ ਮੈਨੇਜਰ ਜਿਹੜਾ ਵੀ ਹੈਗਾ ਆ। ਉਸ ਤੋਂ ਬਾਅਦ ਸੰਦੀਪ ਸਿੰਘ ਮੈਨੇਜਰ ਪਤਾਲਪੁਰੀ ਕੀਰਤਪੁਰ ਸਾਹਿਬ, ਇਹਨਾਂ ਨੇ ਕਿਹਾ ਆ ਵੀ ਤੁਸੀਂ ਜਿਹੜੀ 20 ਕਿੱਲੇ ਜ਼ਮੀਨ ਦੇ ਉੱਤੇ ਮੱਕੀ ਲਾਈ ਹੋਈ ਹੈ, ਠੇਕੇ ਤੇ ਲਿੱਤੀ ਹੋਈ ਜ਼ਮੀਨ ਸੀ ਜੀ, 20 ਕਿੱਲੇ ਜ਼ਮੀਨ ਜਿੱਥੇ ਮੱਕੀ ਲਾਈ ਹੋਈ ਹੈ, ਉਹ ਮੱਕੀ ਦੇ ਖੇਤ ਦੇ ਵਿੱਚ ਪੈਰ ਵੀ ਨਹੀਂ ਧਰਨਾ, ਨਹੀਂ ਤਾਂ ਅਸੀਂ ਟਾਸਕ ਫੋਰਸ ਭੇਜਾਂਗੇ ਤੇ ਤੇਰੀ ਛਿੱਲ ਢੇੜ ਦਾਂਗੇ, ਗੋਲੀ ਮਾਰ ਕੇ ਤੈਨੂੰ ਜਾਨੋਂ ਮਾਰ ਦਾਂਗੇ। ਹੁਣ ਮੈਂ ਤੁਹਾਨੂੰ ਦੱਸਦਾ, ਕਿਉਂਕਿ ਪਹਿਲਾਂ ਤੁਹਾਨੂੰ ਮੈਂ ਸ਼ਾਰਟਕਟ ਦੇ ਵਿੱਚ ਦੱਸਿਆ ਸੀ ਪਿਛਲੇ ਐਪੀਸੋਡ ਦੇ ਵਿੱਚ, ਮਈ ਦੇ ਵਿੱਚ ਆਈ ਥਿੰਕ 15 ਮਈ ਨੂੰ ਇਹ ਠੇਕਾ ਖਤਮ ਹੁੰਦਾ ਹੈ ਤੇ ਜੂਨ ਤੱਕ ਇਹਨੇ ਵਕਤ ਲਿੱਤਾ ਸੀ, 25 ਜੂਨ ਤੱਕ ਦਾ। ਤੇ ਇਸ ਕਿਸਾਨ ਨੇ ਇਹ ਗੱਲ ਕਹੀ ਵੀ ਜੂਨ ਦੇ ਮਹੀਨੇ ਦਾ 1 ਮਹੀਨੇ ਦਾ ਜੋ ਤੁਹਾਡਾ ਉੱਤੇ ਮਤਲਬ ਵਿਆਜ ਬਣਦਾ ਆ ਜਾਂ ਠੇਕਾ ਤੁਸੀਂ ਲੈਣਾ ਹੋਗਾ ਲੈ ਲਿਓ। ਤਾਂ ਠੇਕਾ ਮੁੱਕਿਆ ਸੀ 12,000 ਰੁਪਏ ਪ੍ਰਤੀ ਏਕੜ ਮਹੀਨੇ ਦਾ, ਠੀਕ ਹੈ ਜੀ। ਤੇ ਉਹ ਤਕਰੀਬਨ ਬਣਦਾ ਸੀ 2.5 ਲੱਖ ਰੁਪਈਆ। ਉਹ ਵੀ ਇਹ ਕਿਸਾਨ ਦੇਣ ਵਾਸਤੇ ਤਿਆਰ ਹੋ ਗਿਆ, ਨਾਲ ਡਾਕੂਮੈਂਟਸ ਮੈਂ ਸਾਰੇ ਪਲੇ ਕਰ ਰਿਹਾ ਵੀ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਰਹੇ। ਉਹ ਦੇਣ ਨੂੰ ਵੀ ਇਹ ਤਿਆਰ ਹੋ ਗਿਆ, ਪਰ ਉਸ ਤੋਂ ਬਾਅਦ ਮੈਨੇਜਰਾਂ ਨੇ ਤੇ ਜਿਹਨਾਂ ਨੂੰ ਇਹਨਾਂ ਨੇ ਅੱਗੇ ਗੁੰਡੇ ਜਿਹੜੇ ਰੱਖੇ, ਜਿਹਨਾਂ ਨੂੰ ਜ਼ਮੀਨ ਅੱਗੇ ਦਿੱਤੀ ਹੁਣ ਪੱਟੇ ਤੇ, ਉਹਨਾਂ ਦੇ ਨਾਲ ਬੈਠ ਕੇ ਸਕੀਮ ਲਾ ਲਈ ਕਿ 20 ਲੱਖ ਦੀ ਮੱਕੀ ਖੜੀ ਹੈ ਤੇ 20 ਲੱਖ ਦੀ ਮੱਕੀ ਵੱਢ ਲੈਂਦੇ ਆ ਅਸੀਂ, ਤੇ ਕਰੀਬਨ 100 ਟਰਾਲੀ ਤੂੜੀ ਦੀ ਪਈ ਹੈ, ਚੱਕ ਲੈਂਦੇ ਆ। ਤੇ ਇਹ ਬੰਦਾ ਹੁਣ ਕੀ ਸਾਡਾ ਮੱਥਾ ਮਾਰੂਗਾ, ਇਕੱਲਾ ਤਾਂ ਹੈਗਾ ਆ, ਐਡਵਾਂਸ 'ਚ ਪੈਸਾ ਸਾਰਾ ਆਲਰੇਡੀ ਪੇ ਕਰ ਚੁੱਕਿਆ ਆ, ਧੱਕੇ ਆਪਣੇ ਆਪ ਖਾਂਦਾ ਰਹੇ ਕੋਟਾਂ ਕਚਹਿਰੀਆਂ 'ਚ। ਸਾਡੀ ਤਾਂ ਭਾਈ ਦੀਵਾਲੀ ਬਣ ਗਈ, ਸਾਡਾ ਰਾਂਝਾ ਰਾਜੀ ਆ, ਸਾਡੇ ਕੋਲ ਸਾਰਾ ਪੈਸਾ ਪਹੁੰਚ ਗਿਆ। ਇਹ ਕਰਤੂਤਾਂ ਇੱਕ ਮਿਹਨਤੀ ਅੰਨਦਾਤੇ ਦੇ ਨਾਲ ਇਹਨਾਂ ਨੇ ਕੀਤੀਆਂ, ਜੋ ਕਿਸਾਨ ਅੱਜ ਦਰਖਾਸਤਾਂ ਐਸਜੀਪੀਸੀ ਨੂੰ ਵੀ ਦੇ ਰਿਹਾ ਹੈ, ਜਥੇਦਾਰਾਂ ਨੂੰ, ਪ੍ਰਧਾਨਾਂ ਨੂੰ, ਥਾਣੇ ਦੇ ਵਿੱਚ ਵੀ ਪਹੁੰਚਿਆ ਹੋਇਆ ਆ ਇਹਨਾਂ ਕੰਜਰਾਂ ਦੇ ਕਰਕੇ। ਤੇ ਇਹ ਫਿਰ ਕਹਿੰਦੇ ਨੇ ਵੀ ਅਸੀਂ ਤਾਂ ਜੀ ਗੁਰਦੁਆਰੇ ਦੇ ਨਾਲ ਹੈਗੇ ਆ, ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੰਮ ਕਰਦੇ ਆ, ਗੁਰੂ ਰਾਮਦਾਸ ਦੇ ਦਰ 'ਚ ਕੰਮ ਕਰਦੇ ਆ, ਅਸੀਂ ਇਤਿਹਾਸਿਕ ਗੁਰਦੁਆਰਾ ਨੂੰ ਦਿਲੋਂ ਸਾਂਭ ਰਹੇ ਆ, ਅਸੀਂ ਤਾਂ ਇੱਕ ਪੈਸਾ ਹਰਾਮ ਦਾ ਨਹੀਂ ਖਾਂਦੇ। ਜਿਹੜੇ ਇਹਨਾਂ ਨੇ ਗੁੰਡੇ ਰੱਖੇ ਅੱਗੇ, ਜਿਹਨਾਂ ਨੂੰ ਜ਼ਮੀਨ ਅੱਗੇ ਦਿੱਤੀ ਹੈ, ਸੰਗਤ ਜੀ ਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ, ਕਿਉਂਕਿ ਤੁਹਾਡੇ ਕੋਲ ਵੀ ਇਹ ਦਰਖਾਸਤਾਂ ਪਹੁੰਚ ਚੁੱਕੀਆਂ ਨੇ, ਕਿਸੇ ਦੇ ਨਾਲ ਗਰੀਬ ਮਾਰ ਨਾ ਹੋਵੇ, ਤਾਂ ਕਰਕੇ ਮੈਂ ਬੇਨਤੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਕਰਦਾ, ਰੂਪਨਗਰ ਦੀ ਨੂੰ, ਵੀ ਕਿਉਂਕਿ ਕੇਸ ਉੱਥੇ ਦਰਜ ਹੈ ਤੁਹਾਡੇ ਕੋਲ। ਬਲਵੀਰ ਸਿੰਘ, ਇਹਦਾ ਮੁੰਡਾ ਗੁਰਪ੍ਰੀਤ ਸਿੰਘ, ਠੀਕ ਹੈ ਜੀ, ਸ਼ਾਹਪੁਰ ਬੇਲਾ ਤੁਹਾਨੂੰ ASI ਰਾਕੇਸ਼ ਲਾਲ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ASI ਰਾਕੇਸ਼ ਲਾਲ ਵੀ ਇਸ ਸਾਰੇ ਕਾਂਡ ਦੇ ਵਿੱਚ ਸ਼ਾਮਿਲ ਹੈ, ਜੋ ਥਾਣਾ ਨੂਰਪੁਰ ਵੇਦੀ ਤੋਂ ਹੈ, ਠੀਕ ਹੈ ਜੀ, ਰੋਪੜ। ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਰੋਡ, ਸੰਦੀਪ ਸਿੰਘ, ਸੋਹਣ ਸਿੰਘ, ਹੁਣ ਇਹ ਸਾਰੇ ਮੁਲਜ਼ਮ ਨੇ। ਹੁਣ ਇਹਨਾਂ ਸਾਰਿਆਂ ਨੇ ਮਿਲ ਕੇ ਇਹ ਸਾਰਾ ਸਵਾਂਗ ਰਚਿਆ ਹੈ ਕਿ ਇਹਨੂੰ ਕਿੱਦਾਂ ਅਸੀਂ ਜ਼ਮੀਨ ਤੋਂ ਹਕਾ ਲਈਏ, ਕਿੱਦਾਂ ਇਹਨੂੰ ਧਮਕੀਆਂ ਦਈਏ, ਕਿੱਦਾਂ ਇਹਦੀ ਜ਼ਮੀਨ ਹੜੱਪ ਲਈਏ, ਕਿੱਦਾਂ ਇਹਦੀ ਸਾਰੀ ਫਸਲ ਅਸੀਂ ਹੜੱਪ ਲਈਏ। ਹੁਣ ਉਹ ਕਿਸਾਨ ਅਗਰ ਦਰ ਦੀਆਂ ਠੋਕਰਾਂ ਖਾ ਰਿਹਾ ਤੇ ਇਹਨਾਂ ਕਰੇ ਖਾ ਰਿਹਾ। ਹੁਣ ਤੁਸੀਂ ਸੋਚ ਸਕਦੇ ਹੋ, ਜਿਹੜੇ ਆਪਣੇ ਪੰਜਾਬੀਆਂ ਨੂੰ, ਪੰਜਾਬ ਦੇ ਵਿੱਚ ਵਸਦਿਆਂ ਨੂੰ, ਮਿਹਨਤ ਕਰਨ ਵਾਲਿਆਂ ਨੂੰ ਜਿਉਣ ਨਹੀਂ ਦਿੰਦੇ, ਇਹ ਸਾਡੀ ਸਰਮੋਰ ਜਥੇਬੰਦੀ ਹੈ, ਇਹ ਸਾਡੀ ਸਿੱਖਾਂ ਦੀ ਸਰਮੋਰ ਸੰਸਥਾ ਹੈ, ਜਿਹੜੇ ਆਪਣੇ ਹੀ ਮਿਹਨਤਕਸ਼ ਸਿੱਖਾਂ ਤੋਂ ਮਤਲਬ ਮਾਰਨ ਤੇ ਲੱਗੇ ਆ। ਉਹਨਾਂ ਦੀ ਦਿਨ ਰਾਤ ਕੀਤੀ ਹੋਈ ਮਿਹਨਤ, ਉਹਨਾਂ ਦੇ ਵੱਲੋਂ ਖੜੀ ਕੀਤੀ ਗਈ ਫਸਲ ਆਪ ਤਬਾਹ ਕਰਨ ਤੇ ਲੱਗੇ ਹੋਏ ਆ, ਖਾਣ ਤੇ ਲੱਗੇ ਆ। ਐਡੇ ਲਾਲਚੀ ਨੇ ਇਹ। ਫਿਰ ਤੁਸੀਂ ਇਹਨਾਂ ਤੋਂ ਕਿੱਥੋਂ ਉਮੀਦ ਕਰਦੇ ਹੋ ਵੀ ਅੱਜ ਹੜ੍ਹ ਆਏ ਆ ਤੇ ਇਹ ਮਦਦ ਅੱਗੇ ਪਹੁੰਚਾ ਦੇਣਗੇ? ਇਹਨਾਂ ਨੇ ਮਦਦ, ਇਹ ਤਾਂ ਕਿਸਾਨਾਂ ਦੀਆਂ ਫਸਲਾਂ ਵੱਢ ਕੇ ਖਾਣ ਲੱਗੇ ਆ, ਇਹਨਾਂ ਨੇ ਸੁਆਹ ਅੱਗੇ ਉਹਨਾਂ ਦੀ ਮਦਦ ਪਹੁੰਚਾਣੀ ਆ। ਤਾਂ ਹੀ ਤਾਂ ਮਿੰਟੋ ਮਿੰਟੀ ਲਓ ਜੀ, ਐਸਜੀਪੀਸੀ ਦੇ ਜਿੰਨੇ ਵੀ ਇੰਪਲਾਈ ਹੈਗੇ ਸਾਰਿਆਂ ਦੀ ਇੱਕ ਦਿਨ ਦੀ ਤਨਖਾਹ ਅਸੀਂ ਕੱਟਣੀ ਹੈ ਜੀ, ਕੱਟ ਕੇ ਹੜ੍ਹ ਪੀੜਤਾਂ ਲਈ ਅਸੀਂ ਸਮਾਨ ਲੈ ਕੇ ਆਉਣਾ, ਸਮੱਗਰੀ ਲੈ ਕੇ ਆਉਣੀ ਆ। ਜੇ ਤੁਹਾਡੇ ਡਾਕੂ, ਚੋਰ, ਲਟੇਰੇ, ਮੈਨੇਜਰ ਜਿਹੜੇ ਉੱਥੇ ਬੈਠੇ ਨੇ ਨਾ, ਜਾਂ ਸਟੋਰ ਕੀਪਰ ਬੈਠੇ ਆ, ਜੇ ਉਹ ਚੋਰੀਆਂ ਨਾ ਕਰਦੇ ਤਾਂ ਅੱਜ ਪੂਰੇ ਪੰਜਾਬ ਦੇ ਹਰ ਘਰ ਦੇ ਵਿੱਚ ਬੋਰੀਆਂ ਭਰ ਕੇ ਤੁਸੀਂ ਰਾਸ਼ਨ ਪਹੁੰਚਾ ਸਕਦੇ ਸੀ, ਅੱਜ ਵੀ ਪਹੁੰਚਾ ਸਕਦੇ ਹੋ। ਪਰ ਗੁਰੂ ਘਰ ਦੇ ਸਟੋਰਾਂ ਦਾ ਰਾਸ਼ਨ ਖਾਣਾ ਤੁਸੀਂ ਸਾਰਾ ਲਾਣਾ ਹੀ ਗਿੱਜੇ ਹੋ। ਸੰਗਤ ਵਾਸਤੇ ਜਦੋਂ ਲੋੜ ਪੈਂਦੀ ਆ, ਉਹਦਾ ਫਿਰ ਮੂੰਹ ਚੱਕ ਕੇ ਕੋਲਾ ਹੱਥ 'ਚ ਤੁਹਾਡੇ ਆ ਜਾਂਦਾ ਵੀ ਹੁਣ ਐਸਜੀਪੀਸੀ ਦੇ ਇੰਪਲਾਈਜ਼ ਤੋਂ ਇੱਕ ਦਿਨ ਦੀ ਤਨਖਾਹ ਲੈ ਲਈਏ, ਜਾਂ ਹੁਣ ਸੰਗਤ ਨੂੰ ਹੱਥ ਬੰਨ੍ਹਦੀ ਹੈ ਯਾਰ ਲਿਆਓ ਜੀ, ਗੋਲਕ ਦੇ ਵਿੱਚ ਪਾਓ ਜੀ, NRI ਭਰਾਵੋ ਮਦਦ ਕਰੋ। ਕੋਈ ਨਹੀਂ ਕਰਦਾ ਮਦਦ। ਜਿਹਨਾਂ ਨੇ ਕਰਨੀ ਹੈ ਸਿੱਧੇ ਤੌਰ ਤੇ ਕਰੋ। ਐਸਜੀਪੀਸੀ ਦੇ ਇੱਕ ਬੰਦੇ ਦੇ ਹੱਥ 'ਤੇ ਪੈਸਾ ਤਾਂ ਦੀ ਲੋੜ ਨਹੀਂ ਹੈਗੀ, ਕੋਈ ਰੁਮਾਲੇ ਚੜਾਉਣ ਦੀ ਲੋੜ ਨਹੀਂ ਹੈਗੀ, ਕੋਈ ਚੌਰ ਸਾਹਿਬ ਉੱਥੇ ਜਾ ਕੇ ਭੇਟਾ ਕਰਨ ਦੀ ਲੋੜ ਨਹੀਂ। ਸਾਰੀਆਂ ਚੀਜ਼ਾਂ ਬਹੁਤ ਨੇ ਉੱਥੇ, ਬਹੁਤ ਨੇ ਸਾਰੀਆਂ। ਇਹਨਾਂ ਨੇ ਸਿਰਫ ਧੰਦੇ ਖੋਲੇ ਆ ਸੰਗਤ ਜੀ, ਸਿਰਫ ਧੰਦੇ। ਇਸ ਵੇਲੇ ਕਹਿਣਾ ਆ ਚੰਦੋਆ ਸਾਹਿਬ ਹੋ ਗਏ, ਰੁਮਾਲੇ ਹੋ ਗਏ, ਕਿਉਂਕਿ ਉੱਥੇ ਤੁਸੀਂ ਇੱਕ ਥਾਂ ਤੇ ਚੜਾਉਂਦੇ ਹੋ, ਉੱਥੋਂ ਲਾ ਕੇ ਦੂਜੀ ਥਾਂ ਤੇ ਬੋਲੀ ਲਵਾ ਕੇ ਇਹ ਦੂਜੇ ਜ਼ਿਲ੍ਹੇ ਦੇ ਵਿੱਚ ਵੇਚ ਦਿੰਦੇ, ਦੂਜੇ ਜ਼ਿਲ੍ਹੇ ਤੋਂ ਲਾਉਂਦੇ ਨੇ, ਪਹਿਲੇ ਜ਼ਿਲ੍ਹੇ 'ਚ ਵੇਚ ਦਿੰਦੇ ਨੇ। ਇਹ ਧੰਦਾ ਆ,
ਇਹ ਇੱਕ ਸਰਕਲ ਬਣਿਆ ਹੈ ਸਾਰੇ ਪਾਸੇ ਇਹਨਾਂ ਦਾ, ਹਰ ਪਾਸਿਓਂ ਬਿਜ਼ਨਸ ਕਰਦੇ ਨੇ, ਹਰ ਪਾਸਿਓਂ। ਇੱਕ ਛੋਟੇ ਤੋਂ ਛੋਟਾ ਕੱਪੜਾ ਨਹੀਂ ਇਹ ਵਿਅਰਥ ਜਾਣ ਦਿੰਦੇ, ਠੀਕ ਹੈ। ਬਾਕੀ ਜਿਹੜੇ ਇਹਨਾਂ ਦੇ ਵਿੱਚ ਚੌਲ ਠੱਗ ਬੈਠੇ ਨੇ ਉਹ ਤਾਂ ਸਰੋਪਿਆਂ ਦੇ ਥਾਣਾ ਦੇ ਥਾਣ ਬਾਹਰ ਕੱਢ ਦਿੰਦੇ ਨੇ ਬਲੈਕ ਦੇ ਵਿੱਚ। ਸਾਰੀ ਇਨਫੋਰਮੇਸ਼ਨ ਹੈਗੀ ਆ, ਤੁਹਾਡੇ ਆਪਣੇ ਬੰਦੇ ਇਹ ਕਰਤੂਤਾ ਕਰਦੇ ਨੇ। ਪਰ ਕਿਉਂ ਕਰਦੇ ਨੇ? ਕਿਉਂਕਿ ਜਦ ਪਿਓ ਹੀ ਨਕੰਮਾ ਆ, ਪਿਓ ਹੀ ਚੋਰ ਆ, ਤਾਂ ਫਿਰ ਨਿਆਣਿਆਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ? ਖੈਰ ਅੱਗੇ ਆ ਜਾਓ ਜੀ। ਮੈਂ ਥੋੜੇ ਦਿਨ ਪਹਿਲਾਂ ਧਾਮੀ ਸਾਹਿਬ ਦੀ ਬੜੀ ਤਾਰੀਫ ਕੀਤੀ ਸੀ ਵੀ ਖਾੜਕੂਵਾਦ ਵੇਲੇ ਇਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ, ਵਕੀਲ ਬਣ ਕੇ ਇਹ ਕੇਸ ਲੜਦੇ ਹੁੰਦੇ ਸੀਗੇ ਖਾੜਕੂਆਂ ਦੇ, ਤੇ ਸਾਰੀ ਇਨਫੋਰਮੇਸ਼ਨ ਲੈਂਦੇ ਹੁੰਦੇ ਸੀ। ਜਿੱਦਾਂ ਬਾਦਲ ਸਾਹਿਬ ਸਵੇਰੇ ਜਾ ਕੇ ਭੋਗਾਂ ਦੇ ਉੱਤੇ ਮੱਥੇ ਟੇਕਦੇ ਸੀ ਤੇ ਸ਼ਾਮ ਨੂੰ ਫਿਰ ਜਾ ਕੇ KPS ਗਿੱਲ ਦੇ ਨਾਲ ਬਹਿ ਕੇ ਸਾਰੀ ਇਨਫੋਰਮੇਸ਼ਨ ਦਿੰਦੇ ਸੀ, ਉੱਦਾਂ ਹੀ ਧਾਮੀ ਸਾਹਿਬ ਵੀ ਜਿਹੜੇ ਸੀਗੇ ਉਹ ਵੀ ਉਹੀ ਕਰਦੇ ਸੀ। ਦਿਨੇ ਕੇਸ ਲੜਦੇ ਸੀ ਤੇ ਸ਼ਾਮ ਨੂੰ ਜਾ ਕੇ ਕੈਟਸ ਦੇ ਨਾਲ ਬੈਠ ਕੇ ਡਿਸਕਸ਼ਨਸ ਕਰਕੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ। ਤੇ ਉਸ ਦੇ ਵਿੱਚ ਮੈਂ ਜਿਹੜਾ ਕਹਿਤਾ ਸੀ ਵੀ ਨਾਲ ਜਿਹੜਾ ਬਜ਼ੁਰਗ ਲੱਗਿਆ, ਮੈਨੂੰ ਪਤਾ ਲੱਗਿਆ ਵੀ ਉਹ ਭੁਪਿੰਦਰ ਪੱਪੂ ਕੈਟ ਹੀ ਆ ਉਹ ਵੀ, ਠੀਕ ਹੈ ਜੀ। ਹੁਣ ਬਿੱਲੀਆਂ ਲੜ ਪਈਆਂ ਹੋਣਗੀਆਂ ਆਪਸ 'ਚ, ਭੇਦ ਇੱਕ ਦੂਜੇ ਦੇ ਤਾਂ ਕਰਕੇ ਖੁੱਲ ਗਏ ਆ। ਸੋ ਮੈਂ ਇਹੀ ਕਹਿਣਾ ਸੀ ਵੀ ਉਹ ਕੋਈ ਬਜ਼ੁਰਗ ਨਹੀਂ ਹੈਗਾ, ਉਹ ਵੀ ਕੈਟ ਹੀ ਸੀਗਾ, ਠੀਕ ਹੈ ਜੀ। ਜਿਹਦੇ ਧਾਮੀ ਦੀ ਇੱਕ ਪਾਸੇ ਫੋਟੋ ਲੱਗੀ ਹੈ ਤੇ ਇੱਕ ਪਾਸੇ ਭੁਪਿੰਦਰ ਦੀ ਲੱਗੀ ਹੈ, ਦੋਨੋਂ ਕੈਟ ਹੀ ਨੇ। ਤੇ ਮੈਂ ਉਹੀ ਕਹਿਣਾ ਵੀ ਜਿਹਨਾਂ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਾਡਾ ਖੂਨ ਪੀਤਾ ਆ, ਤੇ ਹੁਣ ਅਗਰ ਇਹਨਾਂ ਨੂੰ ਸਾਡੀ ਸਰਮੋਰ ਜਥੇਬੰਦੀ ਦਾ ਪ੍ਰਧਾਨ ਬਣਾਤਾ ਤਾਂ ਕੋਈ ਹੈਰਾਨੀ ਨਹੀਂ ਹੈ ਕਿਉਂ ਬਣ ਗਏ, ਕਿੱਦਾਂ ਬਣ ਗਏ। ਤੇ ਉਹ ਗੱਡੀ ਵਾਲੀ ਵੀਡੀਓ ਤੁਸੀਂ ਦੇਖੀ ਹੈ, ਹੁਣ ਉਹ ਮੈਂ ਤਾਂ ਨਹੀਂ ਬਣਾਈ, ਚਾਹੀਦੀ ਹੋਗੀ SGPC ਵਾਲੇ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਭੇਜ ਦਾਂਗਾ, ਕਿਉਂਕਿ ਸ਼ਾਇਦ ਤੁਹਾਡੇ ਕੋਲ ਨਾ ਹੋਵੇ। ਜਿਹਦੇ ਵਿੱਚ ਕਹਿ ਰਹੇ ਨੇ ਗੱਡੀ ਦੇ ਵਿੱਚ ਚੋਰੀ ਦਾ ਮਾਲ ਲੱਦਿਆ ਜਾ ਰਿਹਾ ਤੇ ਤੁਹਾਡੇ ਬੰਦਾ ਕਹਿ ਰਿਹਾ ਵੀ ਗੱਡੀ 'ਚ ਕੌਣ, ਕਹਿੰਦਾ ਧਾਮੀ ਸਾਹਿਬ ਬੈਠੇ ਤਾਂ ਹੋਏ ਨੇ। ਓਕੇ, ਅਸੀਂ ਆਪਣੇ ਵੱਲੋਂ ਕੁਛ ਨਹੀਂ ਬਣਾਉਂਦੇ। ਹੁਣ ਉਹ ਚੀਜ਼ਾਂ ਤੁਹਾਡੇ ਉੱਤੇ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ। ਹੁਣ ਆਉਂਦੇ ਹਾਂ ਗੁਰਦੁਆਰਾ ਬੀਬੀ ਭਾਨੀ 7 ਫੇਸ ਸੈਕਟਰ ਮੋਹਾਲੀ, ਠੀਕ ਹੈ ਜੀ। ਹੁਣ ਜਿਹੜਾ ਮੋਹਾਲੀ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਹੈਗਾ ਹੈ, ਇਹਦੇ ਜਿਹੜੇ ਸੈਕਟਰੀ ਹੈ ਮਹਿੰਦਰ ਸਿੰਘ ਹੈ ਤੇ ਆਹ ਨਾਲ ਉਹਦਾ ਇੱਕ ਸਰਦਾਰ ਜਿਹਾ ਚਮਚਾ, ਦੋਨਾਂ ਦੀਆਂ ਫੋਟੋਆਂ ਮੈਂ ਲਾਈ ਦਿੰਦਾ ਆ। ਮੈਂ ਸੰਗਤ ਜੀ ਮੋਹਾਲੀ ਦੀ ਸੰਗਤ ਨੂੰ ਇਹ ਬੇਨਤੀ ਕੀਤੀ ਸੀ ਵੀ ਕਿਰਪਾ ਕਰਕੇ ਇਸ ਗੁਰਦੁਆਰੇ ਵੱਲ ਧਿਆਨ ਦਿੱਤਾ ਜਾਵੇ। ਇਸ ਗੁਰਦੁਆਰੇ ਦੇ ਵਿੱਚ ਜੋ ਕੰਮ ਕਰਦੇ ਨੇ, ਕੰਮ ਚਾਹੇ ਗ੍ਰੰਥੀ ਸਿੰਘ ਹੋ ਗਏ ਜਾਂ ਹੋਰ ਸੇਵਾਦਾਰ ਹੋ ਗਏ, ਮੋਹਿੰਦਰ ਸਿੰਘ ਦਾਰੂ ਨਾਲ ਡੱਕਿਆ ਰਹਿੰਦਾ ਆ। ਤੁਹਾਨੂੰ ਪਹਿਲਾਂ ਵੀ ਸਾਰਾ ਕੁਝ ਦਿਖਾਇਆ ਵੀ ਉੱਥੇ ਜਿਹੜੇ ਵੀ ਬੰਦੇ ਆਉਂਦੇ ਸੀਗੇ ਕੂਲਰ ਤੱਕ ਭਰੇ ਹੋਏ ਸੀ। ਅੱਜ ਫਿਰ ਤੋਂ ਮੈਂ ਫੁਟੇਜ ਚਲਾ ਦਿੰਦਾ ਆ। ਦਾਰੂ ਦੀਆਂ ਬੋਤਲਾਂ ਪਈਆਂ ਨੇ, ਪਲੇਟਾਂ ਭਰੀਆਂ ਹੋਈਆਂ ਹੱਡੀਆਂ ਦੀਆਂ ਪਈਆਂ ਨੇ। ਅਜਿਹੇ ਥਾਂ ਦੇ ਉੱਤੇ ਤੁਸੀਂ ਸੋਚ ਸਕਦੇ ਕੋਈ ਅਜਿਹਾ ਕੋਈ ਕਰਮ ਕਰ ਸਕਦਾ ਗੁਰੂ ਘਰ ਦੇ ਵਿੱਚ, ਪਰ ਤੁਹਾਡੇ ਮੋਹਾਲੀ ਵਾਲੇ ਹੋ ਰਿਹਾ ਆ। ਤੇ ਹੁਣ ਮਹਿੰਦਰ ਉਹ ਫੇਰ ਤੋਂ ਗੁੰਡਾਗਰਦੀ ਆਪਣੀ ਦਿਖਾ ਰਿਹਾ। 4 ਪਰਿਵਾਰ ਉੱਥੇ ਗੁਰੂ ਘਰ ਦੇ ਅੰਦਰ ਰਹਿੰਦੇ ਨੇ, 4 ਪਰਿਵਾਰਾਂ ਨੂੰ ਨੋਟਿਸ ਦੇ ਦਿੱਤਾ ਗਿਆ ਕਿ 2 ਤੋਂ 4 ਦਿਨ ਦੇ ਵਿੱਚ ਕਮਰੇ ਖਾਲੀ ਕਰੋ ਤੇ ਨਿਕਲੋ ਇੱਥੋਂ, ਜਿੱਦਾਂ ਮਰਜ਼ੀ ਨਿਕਲੋ, ਤਾਂ ਕਿ ਇਹਦਾ ਅਯਾਸ਼ੀ ਦਾ ਅੱਡਾ ਫੇਰ ਤੋਂ ਖਾਲੀ ਹੋ ਸਕੇ। ਤੇ ਮੈਂ ਕਹਿੰਦਾ ਮੋਹਾਲੀ ਵਾਲਿਓ, ਜੇ ਜ਼ਮੀਰ ਤੁਹਾਡੇ ਜਾਗਦੇ ਨੇ ਨਾ ਤਾਂ 7 ਫੇਸ ਜਾਓ, ਉਸ ਗੁਰੂ ਘਰ ਦੇ ਵਿੱਚ ਬੈਠੋ, ਡੇਰੇ ਲਾਓ। ਆਹ ਜਿਹੜੇ ਮਸੰਦ ਉੱਥੇ ਬੜੇ ਆ ਕੱਢਣੇ ਤੁਹਾਨੂੰ ਪੈਣੇ ਨੇ। ਜੇ ਤੁਸੀਂ ਸੋਚਦੇ ਨੇ ਆਪਣੇ ਨੇ ਘਰਾਂ 'ਚ ਬੈਠੇ ਅਸੀਂ ਬੜੇ ਚੰਗੇ ਆ, ਖੁਸ਼ ਆ, ਸਾਨੂੰ ਕੋਈ ਲੋੜ ਨਹੀਂ ਬਾਹਰ ਜਾਣ ਦੀ, ਕਿਸੇ ਨਾਲ ਮੱਥਾ ਮਾਰਨ ਦੀ, ਠੀਕ ਹੈ ਨਾ, ਸਾਡਾ ਕਿਹੜਾ ਕੁਝ ਜਾਂਦਾ ਆ, ਤਾਂ ਫਿਰ ਇਹ ਸੋਚ ਲਿਓ ਉਸ ਗੁਰੂ ਨੇ ਤੁਹਾਨੂੰ ਵੀ ਕਦੇ ਮਾਫ ਨਹੀਂ ਕਰਨਾ। ਜੇਕਰ ਤੁਸੀਂ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸ਼ੀਸ਼ ਝੁਕਾਉਂਦੇ ਹੋ ਨਾ, ਅਰਦਾਸਾਂ ਕਰਦੇ ਹੋ, ਉਹ ਤੋਂ ਭਲਾ ਮੰਗਦੇ ਹੋ, ਤਾਂ ਮੈਂ ਦੱਸ ਰਿਹਾ ਹਾਂ ਵੀ ਉਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦੇ ਉੱਤੇ ਬੇਅਦਬੀਆਂ ਹੋ ਰਹੀਆਂ ਨੇ। ਗੁੰਡਾ ਰਾਜ ਆ ਗਿਆ ਹੈ, ਮਹੰਤ ਬਹਿ ਗਏ ਆ ਉਸ ਗੁਰੂ ਘਰ ਦੇ ਵਿੱਚ, ਤੇ ਇਹ ਮਹੰਤ ਤੁਹਾਨੂੰ ਕੱਢਣੇ ਪੈਣੇ ਨੇ ਮੋਹਾਲੀ ਵਾਲਿਓ। ਉੱਥੋਂ ਜੇਕਰ ਇਹ ਸਟਾਫ 4 ਜਿਹੜੇ 4 ਪਰਿਵਾਰ ਉੱਥੇ ਰਹਿੰਦੇ ਨੇ ਉਹ ਨਿਕਲ ਗਏ ਤਾਂ ਫਿਰ ਤੁਸੀਂ ਸੋਚ ਲਓ, ਫਿਰ ਤਾਂ ਉਹੀ ਹੋਣਾ ਵੀ ਪਤਾ ਲੱਗੇ ਕਿ ਪੀੜੇ ਥੱਲੇ ਵੀ ਹੱਡੀਆਂ ਪਈਆਂ ਨੇ, ਸੁਖਾਸਨ ਹੁੰਦਾ ਉੱਥੇ ਵੀ ਬੋਤਲਾਂ ਪਈਆਂ ਨੇ ਦਾਰੂ ਦੀਆਂ। ਫਿਰ ਇਹ ਵੀ ਨਹੀਂ ਪਤਾ ਹੈਗਾ, ਮੱਸੇ ਰੰਗਣ ਵਾਂਗ ਕਜਰੀਆ ਵੀ ਨਚਾਣ ਲੱਗ ਪੈਣੇ ਇਹ ਉੱਥੇ। ਇਸ ਕਰਕੇ ਹੱਥ ਬੰਨੇ ਮੇਰੇ, ਗੁਰੂ ਘਰ ਵੱਲ ਜਾਓ। ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਜੀ ਨੂੰ ਮੈਂ ਬੇਨਤੀ ਕੀਤੀ ਸੀ ਕਿ ਤੁਹਾਡੇ ਨੇੜੇ ਪੈਂਦਾ ਆ, ਤੁਸੀਂ ਵੀ ਇਸ ਗੁਰੂ ਘਰ ਵੱਲ ਧਿਆਨ ਦਿਓ, ਜਾਓ ਉੱਥੇ ਮੀਟਿੰਗ ਰੱਖੋ। ਇਹਨਾਂ ਜਿਹੜੇ ਹੈਗੇ ਆ ਮਹਿੰਦਰ, ਇਹਨਾਂ ਨੂੰ ਬੁਲਾਓ ਉੱਥੇ, ਜਿਹੜਾ ਸੈਕਟਰੀ ਆ ਉੱਥੇ ਨਵੀਂ ਕਮੇਟੀ ਤੁਸੀਂ ਗਠਨ ਕਰੋ ਗੁਰਸਿੱਖਾਂ ਦੀ, ਕਿਉਂਕਿ ਇਹ ਕਮੇਟੀ ਜਿਹੜੀ ਹੈਗੀ ਇਹਦੇ ਵਿੱਚੋਂ ਅੱਧੇ ਨਾਲੋਂ ਵੱਧ ਜਿਹੜੇ ਹੈਗੇ ਨੇ ਉਹ ਮੋਨੇ ਕੋਨੇ ਦਾਰੂ ਮੀਟ ਖਾਣ ਵਾਲੇ ਨੇ। ਕੱਢ ਕੇ ਗੁਰਸਿੱਖਾਂ ਦੀ ਨਵੀਂ ਕਮੇਟੀ ਜਥੇਦਾਰ ਸਾਹਿਬ ਤੁਸੀਂ ਆਪ ਤਿਆਰ ਕਰਕੇ ਆਓ। ਜੇ ਨਹੀਂ ਹੁੰਦਾ ਤਾਂ ਫਿਰ ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਹਿਣਾ ਹੈ, ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਹੈਗੀਆਂ ਤੁਸੀਂ ਚਾਲੇ ਪਾਓ ਕੱਲ, ਨਹੀਂ ਤਾਂ ਮੈਂ ਆਪ ਫੋਨ ਕਰਦਾ ਆ। ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚਣਗੀਆਂ ਤੇ ਫਿਰ ਆਪਣੇ ਹਿਸਾਬ ਨਾਲ ਨਵੀਂ ਕਮੇਟੀ ਦਾ ਗਠਨ ਕਰਕੇ ਆਉਣਗੀਆਂ। ਪਰ ਆਹ ਜਿਹੜਾ 20-22 ਸਾਲਾਂ ਤੋਂ ਉੱਥੇ ਚੌਕੜਾ ਮਾਰ ਕੇ ਬੈਠਾ ਹੈ ਵੀ ਇਹ ਤਾਂ ਪ੍ਰਾਪਰਟੀ ਮੇਰੀ ਹੈ, ਇਹ ਪ੍ਰਾਪਰਟੀ ਹੁਣ ਉਹਦੀ ਨਹੀਂ ਹੈ। ਮੋਹਾਲੀ ਵਾਲਿਓ ਉੱਠੋ, ਹੰਬੜਾ ਮਾਰੋ, ਜਾਓ ਬੀਬੀ ਭਾਨੀ ਜੀ ਦੇ ਗੁਰਦੁਆਰੇ 7 ਫੇਸ ਮੋਹਾਲੀ ਤੇ ਜਾ ਕੇ ਉੱਥੇ ਦੇ ਹਾਲਾਤ ਦੇਖੋ ਤੇ ਇਹਨਾਂ ਮਸੰਦਾਂ ਨੂੰ ਉੱਥੇ ਕੱਢਣ ਵਿੱਚ ਮਦਦ ਕਰੋ। ਗ੍ਰੰਥੀ ਸਿੰਘਾਂ ਦੀ, ਉੱਥੇ ਰਹਿੰਦੇ ਹੋਏ ਜਿਹੜਾ ਸਟਾਫ ਹੈ, ਉੱਥੇ ਸੇਵਾਦਾਰ ਨੇ ਉਹਨਾਂ ਦੀ, ਕਿਉਂਕਿ ਉਹਨਾਂ ਦਾ ਜੀਣਾ ਇਹਨਾਂ ਨੇ ਹਰਾਮ ਕਰ ਦਿੱਤਾ ਹੈ। ਤੇ ਪੁਲਿਸ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ
ਵੀ ਉਹ ਵੀ ਮਦਦ ਕਰਨ ਜਾ ਕੇ ਸੇਵਾਦਾਰਾਂ ਦੀ। ਹੁਣ ਮੋਹਾਲੀ ਦੇ ਹੀ ਇੱਕ ਹੋਰ ਗੁਰਦੁਆਰੇ ਦੀ ਗੱਲ ਕਰਦੇ ਹਾਂ ਜੀ। ਫੇਸ 3 ਦੇ ਵਿੱਚ ਇਹ ਗੁਰਦੁਆਰਾ ਹੈ ਮੋਹਾਲੀ, ਠੀਕ ਹੈ ਜੀ। ਸਾਚਾ ਧੰਨ ਗੁਰਦੁਆਰਾ ਫੇਸ 3 ਮੋਹਾਲੀ। ਇਸ ਦੇ ਵਿੱਚ 2016 ਜਾਂ 17 ਦੇ ਵਿੱਚ ਇਸ ਗੁਰੂ ਘਰ 'ਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪੁਰਾਤਨ ਸਰੂਪ ਅਤੇ 2 ਗਠੜੀਆਂ ਭਰ ਕੇ ਗੁਟਕਾ ਸਾਹਿਬ ਦੀਆਂ, ਮਤਲਬ ਮੈਂ ਕੀ ਕਹਾਂ, ਮਿੱਟੀਆ ਤੇਲ ਪਾ ਕੇ ਫੂਕ ਦਿੱਤੀਆਂ ਗਈਆਂ ਸੀ। ਬਵਾਲ ਵੀ ਬਹੁਤ ਹੋਇਆ ਸੀ, SGPC ਤੱਕ ਵੀ ਇਹ ਮਾਮਲਾ ਗਿਆ ਸੀ, ਪਰ ਕੁਝ ਨਹੀਂ ਹੋਇਆ। ਜਿਸ ਗਰੀਬ ਨੇ ਇਹ ਸਾਰਾ ਮਸਲਾ ਚੱਕਿਆ, ਜਿਸ ਗਰੀਬ ਨੇ ਦੱਸਿਆ ਵੀ ਆਹ ਕਰਤੂਤਾਂ ਹੋਈਆਂ ਨੇ, ਜਿਸ ਨੇ ਉਸ ਵੇਲੇ ਜੋ ਵੀ ਉਹਦੇ ਕੋਲ ਫੋਨ ਸੀਗਾ ਉਹਦੇ ਵਿੱਚ ਫੋਟੋਆਂ ਖਿੱਚੀਆਂ, ਮੈਨੇਜਰਾਂ ਨੂੰ ਅੱਗੇ ਜਿਹਨਾਂ ਨੂੰ ਵੀ ਦੱਸਿਆ, ਉਹਨਾਂ ਨੇ ਕੀ ਕਰਤੂਤਾਂ ਕੀਤੀਆਂ ਇਹ ਵੱਡੀ ਬੇਅਦਬੀ ਤੋਂ ਬਾਅਦ, ਤੁਸੀਂ ਆਪ ਸੁਣੋ ਉਸ ਸਿੰਘ ਦੀ ਜ਼ੁਬਾਨੀ। ਸਾਚਾ ਧੰਨ ਗੁਰਦੁਆਰਾ ਮੋਹਾਲੀ ਦੇ ਵਿੱਚ 3 ਦੇ ਵਿੱਚ ਜੀ। ਕਿਹੜਾ ਗੁਰਦੁਆਰਾ ਜੀ? ਹਾਂਜੀ ਹਾਂ, ਮੋਹਾਲੀ ਵਿੱਚ ਹੈ ਜੀ। ਗੁਰਦੁਆਰੇ ਦਾ ਕੀ ਨਾਮ ਹੈ? ਅਸੀਂ ਉੱਥੇ ਕੋਚਰ ਨਾ ਸਾਚਾ ਧੰਨ ਸੇਵਾਦਾਰੀ ਕਰਕੇ ਆਏ ਆ ਜੀ। ਜੀ। ਤੇ 2016 ਤੋਂ ਅਸੀਂ ਉੱਥੇ ਲਾ ਕੇ ਆਏ ਜੀ। ਜੀ। ਉਹਨਾਂ ਨੇ 2 ਪੰਡਾ ਗੁਟਕਿਆਂ ਦੇ ਨਾ ਜੀ, ਜੀ। ਜਿਹੜੀ ਆਪਣੀ ਭੱਠੀ ਹੁੰਦੀ ਆ ਮਿੱਟੀ ਦੇ ਤੇਲ ਵਾਲੀ, ਹਾਂਜੀ। ਉਹਦੇ ਵਿੱਚ ਸਿੱਟ ਕੇ ਉਹਨਾਂ ਨੇ ਅੱਗ ਲਾਤੀ ਮਿੱਟੀ ਦਾ ਤੇਲ ਪਾ ਕੇ। ਕਿਉਂ? 2016 ਦੇ ਵਿੱਚ 25-26 ਤਰੀਕ ਨੂੰ, 25-26 ਮਈ ਨੂੰ। ਇੱਕ ਬੰਦੇ ਦਾ ਨਾਮ ਦੱਸੇਗਾ? ਮੈਂ ਕਿਹੜੇ ਸਿੰਘਾਂ ਨੇ ਅੱਗ ਲਾਈ ਸੀ? ਅੱਗ ਲਾਉਣ ਵਾਲਾ ਕੌਣ ਸੀਗਾ ਉੱਥੇ? ਉਹ ਸੀਗਾ ਜੀ ਇੱਕ ਤਰਲੋਚਨ ਸਿੰਘ ਸੀਗਾ ਜੀ, ਤਰਲੋਚਨ ਸਿੰਘ, ਇੱਕ ਆਰਪੀ ਸਿੰਘ। ਆਰਪੀ ਸਿੰਘ। ਤੇ ਉੱਥੇ ਕਿਹੜੇ ਅਹੁਦੇ ਤੇ ਸੀ? ਜਿਹੜਾ ਆਰਪੀ ਸਿੰਘ ਸੀ ਇਹਨਾਂ ਦਾ ਆਪਣੇ ਗੁਰਦੁਆਰੇ ਉੱਪਰ ਨਾ ਜੀ ਚੇਅਰਮੈਨ ਸੀਗਾ। ਇਹਨਾਂ ਨੇ ਇਕੱਠੇ ਕਰਵਾ ਕੇ ਨਾ ਸਾਰੇ ਗੁਟਕੇ ਵਿੱਚ, ਇੱਕ ਵਿਰਧ ਗ੍ਰੰਥ ਸਾਹਿਬ ਸੀ ਜਿਹੜਾ ਕਿਸੇ ਦੇ ਘਰੋਂ ਆਇਆ ਸੀਗਾ, ਇੱਕ ਵਿਰਧ ਸੀ, ਤੇ ਉਹ ਫਿਰ ਇਹਨਾਂ ਨੇ ਜਿਹੜੇ ਸੇਵਾਦਾਰਾਂ ਕੋਲੋਂ ਇਕੱਠੇ ਕਰਵਾ ਕੇ ਨਾ ਪੱਛੀ ਸਟਾ ਕੇ ਅੱਗ ਲਾਤੀ। ਅੱਗ ਲਵਾਈ ਇਹਨਾਂ ਨੇ ਲਾਂਗਰੀ ਤੋਂ। ਲਾਂਗਰੀ ਦਾ ਕੀ ਨਾਮ ਸੀ? ਹਾਂਜੀ, ਲਾਂਗਰੀ ਦਾ ਉੱਥੇ ਗੁਰਦੁਆਰਾ ਸੀਗਾ ਜੀ। ਨਾਮ ਪਤਾ ਉਹਦਾ? ਯਾਦ ਹੈ ਨਾਮ? ਹਾਂਜੀ, ਜਸਵੀਰ ਸਿੰਘ ਹੈ ਜੀ ਉਹਨੂੰ। ਠੀਕ ਹੈ। ਤੇ ਉਹਦੇ ਕੋਲ ਅੱਗ ਲਵਾਤੀ। ਤੇ ਫਿਰ ਜਸਵੀਰ ਸਿੰਘ ਨੇ ਮੈਨੂੰ ਦੱਸਿਆ, ਕਹਿੰਦਾ ਭਾਗ ਸਿੰਘ ਵੀ ਬਾਬਾ ਜੀ ਵੀ ਕੱਲ ਇਹਨਾਂ ਨੇ ਇੱਥੇ ਮਿੱਟੀ ਦਾ ਤੇਲ ਪਾ ਕੇ 2 ਪੰਡਾ ਗੁਟਕਿਆਂ ਦੀਆਂ ਫੂਕੀਆਂ ਵੀ, ਤੇ ਨਾਲੇ ਇੱਕ ਪੁਰਾਤਨ ਸਰੂਪ। ਹਾਂਜੀ। ਤੇ ਗੁਰਦੁਆਰਾ ਕਿਹੜਾ ਹੈ ਮੈਨੂੰ ਦੱਸੋਗੇ ਤੁਸੀਂ? ਹਾਂਜੀ, 3V1 ਦੇ ਵਿੱਚ ਸਾਚਾ ਧੰਨ ਗੁਰਦੁਆਰਾ ਜੀ, ਪ੍ਰਾਈਵੇਟ। ਸਾਚਾ ਧੰਨ, ਠੀਕ ਹੈ ਜੀ। ਹਾਂਜੀ। ਤੇ ਉਹ ਫਿਰ ਮੈਂ ਉਹਨੂੰ ਲਾਂਗੀ ਨੂੰ ਮੈਂ ਉੱਥੇ ਦੇਖਿਆ ਨਾ ਜੀ ਜਾ ਕੇ। ਤੇ ਉੱਥੇ 2 ਗੁਟਕੇ ਨਾ ਅੱਧ ਜਲੇ ਜੇ ਪਏ। ਠੀਕ ਹੈ ਜੀ। ਇੱਕ ਆਪਣੇ ਸੁਖਮਨੀ ਸਾਹਿਬ ਦਾ, ਇੱਕ ਆਸਾ ਜੀ ਵਾਰ ਦਾ। ਜੀ। ਮੇਰੇ ਕੋਲ ਜਿਹੜਾ ਮੋਬਾਈਲ ਸੀ ਨਾ ਸਾਦਾ ਜਿਹਾ ਸੀਗਾ ਸੰਗ ਦਾ ਜੀ, ਤੇ ਮੈਂ ਉਹਦੇ ਵਿੱਚ ਫਿਰ ਉਹਦੀਆਂ ਮੈਂ ਫੋਟੋ ਖਿੱਚ ਲਈਆਂ। ਠੀਕ ਹੈ ਜੀ। ਤੇ ਉੱਥੇ ਨੇ ਰਾਤ ਨੂੰ ਮੇਰੀ ਡਿਊਟੀ ਰਾਤ ਦੀ ਸੀਗੀ ਚੌਕੀਦਾਰੇ ਦੀ ਜੀ। ਉੱਥੇ ਮੁੰਡੇ ਆਉਂਦੇ ਹੁੰਦੇ ਸੇਵਾਦਾਰ ਆਪਣੇ ਸੇਵਾ ਕਰਨ ਵਾਸਤੇ, ਚੰਦੋਆ ਸਾਹਿਬ ਦੀ, ਰਮਾਲ ਸਾਹਿਬ ਦੀ, ਆਪਣੇ ਸ਼ਾਸਤਰਾਂ ਦੀ ਹੈ ਜੀ। ਤੇ ਮੈਂ ਉਹ ਮੁੰਡੇ ਦਾ ਜਸਵਿੰਦਰ ਸਿੰਘ ਸੀਗਾ। ਮੈਂ ਜਸਵਿੰਦਰ ਸਿੰਘ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਕੰਮ ਹੋਇਆ ਵੀ ਤੁਸੀਂ ਐ ਕਰੋ ਵੀ ਜਿਹੜੀ ਰਾਖ ਆ ਨਾ ਚੱਕ ਕੇ ਕਿਤੇ ਜਲ ਪ੍ਰਵਾਹ ਕਰ ਦੋ, ਵੀ ਜੇ ਕਿਸੇ ਜਮਾਦਾਰ ਨੇ ਚੱਕ ਕੇ ਗੰਦੇ ਬੰਦੇ ਸੋਹ ਸਿੱਟ ਦੇਣੀ ਆ ਵੀ ਤੁਸੀਂ ਇਹਨੂੰ ਉਰੇ ਪਰੇ ਕਰ ਦੋ। ਉਹ ਕਹਿੰਦੇ ਕੋਈ ਨਾ ਬਾਬਾ ਜੀ ਅਸੀਂ ਕੱਲ ਨੂੰ ਆਵਾਂਗੇ। ਚੱਲ ਜੀ, ਉਹ ਆਏ ਨੀ ਜੀ। 1 ਤਰੀਕ ਨੂੰ ਮੈਂ ਕਿਹਾ ਸੀਗਾ, ਫਿਰ 6 ਤਰੀਕ ਨੂੰ ਆਏ ਜੀ ਉਹ। ਫਿਰ ਮੈਂ 6 ਤਰੀਕ ਨੂੰ ਕਿਹਾ, ਮੈਂ ਜਸਵਿੰਦਰ ਸਿੰਘ ਯਾਰ ਤੁਸੀਂ ਕੰਮ ਕਰ ਦੇਣਾ ਸੀ, ਸਾਡੇ ਕੋਲ ਗੱਡੀ ਹੈਗੀ ਆ ਵੀ ਰਾਖ ਪਾ ਕੇ ਚੱਲਦੇ ਪਾਣੀ 'ਚ ਜਲ ਪ੍ਰਵਾਹ ਕਰ ਦੋ। ਉਹ ਕਹਿੰਦਾ ਕੋਈ ਨਾ ਬਾਬਾ ਜੀ ਕੱਲ ਨੂੰ ਆਵਾਂਗੇ। ਫਿਰ ਮੈਂ ਦੂਜੇ ਦਿਨ ਨਾ ਜੀ ਟੌੜਾ ਸਾਹਿਬ ਨੂੰ, ਉਸੇ ਦਿਨ 6 ਤਰੀਕ ਨੂੰ ਮੈਂ ਟੌੜਾ ਸਾਹਿਬ ਨੂੰ ਫੋਨ ਕੀਤਾ। ਉੱਥੇ ਇੱਕ ਸਾਬਕਾ ਪ੍ਰਧਾਨ ਸੀਗਾ ਟੌੜਾ ਸਾਹਿਬ, ਬਲਵਿੰਦਰ ਸਿੰਘ। ਮੈਂ ਉਹਨੂੰ ਬਲਵਿੰਦਰ ਸਿੰਘ ਨੂੰ ਕਿਹਾ, ਮੈਂ ਟੌੜਾ ਸਾਹਿਬ ਵੀ ਇੱਥੇ ਨਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਵਾਕਾ ਹੋਇਆ ਵੀ 2 ਪੰਡਾ ਗੁਟਕਿਆਂ ਦੀਆਂ ਇਹਨਾਂ ਨੇ ਜਾਨੀ ਮਿੱਟੀ ਦਾ ਤੇਲ ਪਾ ਕੇ ਸਾੜੀਆਂ ਨੇ। ਉਹ ਕਹਿੰਦਾ ਭਾਵੇਂ ਵੀ ਤੇਰੇ ਕੋਲ ਸਬੂਤ? ਮੈਂ ਵੀ ਸਬੂਤ ਮੇਰੇ ਕੋਲ ਮੇਰੇ ਮੋਬਾਈਲ ਦੇ ਵਿੱਚ ਨਾ ਫੋਟੋ ਖਿੱਚੀਆਂ ਨੇ। ਉਹ ਕਹਿੰਦਾ ਮੈਨੂੰ ਦਿਖਾ ਸਕਦਾ?
ਮੈਂ ਕਿਹਾ ਵੀ ਹਾਂ ਮੈਂ ਦਿਖਾ ਸਕਦਾ। ਤੇ ਫਿਰ ਮੈਂ ਉਹਦੇ ਘਰ ਜਾ ਕੇ ਦਿਖਾ ਕੇ ਆਇਆ ਜੀ। ਠੀਕ ਹੈ। ਫਿਰ ਉਹ ਮੇਰੇ ਮੋਬਾਈਲ ਦੀਆਂ ਫੋਟੋਆਂ ਨੇ ਆਪਣੇ ਮੋਬਾਈਲ 'ਚ ਲੈ ਲਈਆਂ ਜੀ। ਤੇ ਜਿਹੜਾ ਸ਼ਾਮ ਨੂੰ ਆਪਣੀ ਸਮਾਪਤੀ ਹੋਈ ਰਹਿ ਰੱਖਦੀ ਹੈ ਜੀ। ਤੇ ਉਹ ਜਦੋਂ ਹੀ ਪੁਲਿਸ ਆ ਗਈ, ਪੁਲਿਸ ਵਾਲੇ ਆ ਕੇ ਪੁੱਛਦੇ ਵੀ ਭਾਗ ਸਿੰਘ ਕੌਣ ਆ। ਮੈਂ ਆਪਣੇ ਕਮਰੇ ਵਿੱਚ ਸੀਗਾ ਜੀ, ਮੈਨੂੰ ਸੱਦਿਆ ਨਾ, ਮੈਂ ਆ ਗਿਆ। ਉਹ ਕਹਿੰਦੇ ਵੀ ਭਾਗ ਸਿੰਘ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ ਆ ਉਹ ਕਿੱਥੇ ਹੋਈ ਆ। ਮੈਂ ਕਿਹਾ ਜੀ ਪਿੱਛੇ ਭੱਠੀਆਂ ਨੇ, ਭੱਠੀਆਂ ਦੇ ਵਿੱਚ ਹੋਈ ਆ। ਕਹਿੰਦੇ ਸਾਨੂੰ ਦਿਖਾ। ਮੈਂ ਜੀ ਦਿਖਾ ਕੇ ਆਇਆ। ਉਹ ਜਿਹੜਾ ਲਾਂਗਰੀ ਸੀਗਾ, ਉਹ ਲਾਂਗਰੀ ਉਹ ਕਹਿੰਦਾ, ਉਹਨੇ ਆਖਿਆ ਵੀ ਮੈਨੂੰ ਕੋਈ ਹਟਾ ਨਾ ਦੇਣ ਇਹ। ਹਜੇ ਮੈਂ ਲਾਂਗਰੀ ਨੂੰ ਕਿਹਾ, ਮੈਂ ਲਾਂਗਰੀ ਗੱਲ ਸੁਣਾ ਵੀ ਆਪਾਂ ਹੈਗੇ ਨੌਕਰ, ਆਪਾਂ ਸੇਵਾਦਾਰ ਨਹੀਂ ਹੈਗੇ। ਆਪਾਂ ਲੈਂਦੇ ਤਨਖਾਹ ਇਹਨਾਂ ਤੋਂ। ਵੀ ਸੇਵਾਦਾਰ ਤਾਂ ਉਹ ਹੁੰਦਾ ਜਿਹੜਾ ਨਿਸ਼ਕਾਮ ਸੇਵਾ ਕਰੇ, ਆਪਾਂ ਸੇਵਾ ਪੈਸੇ ਲੈਂਦੇ ਆ। ਤੇ ਵੀ ਤੂੰ ਇਹ ਕਹਿਣਾ ਵੀ ਭਾਈ ਇਹਨਾਂ ਨੇ ਕਮੇਟੀ ਵਾਲਿਆਂ ਨੇ ਗੁਟਕੇ ਸਾਹਿਬ ਸਾਥੋਂ ਇਕੱਠੇ ਕਰਵਾ ਕੇ ਵੀ ਇਹਨਾਂ ਨੇ ਮੇਰੇ ਤੋਂ ਅੱਗ ਲਵਾਈ ਹੈ, ਤੂੰ ਇੰਨੀ ਗੱਲ ਕਹਿਣੀ ਹੋਊਗੀ। ਉਹ ਡਰ ਗਿਆ। ਉਹਨੇ ਆਖਿਆ ਵੀ ਜਿਵੇਂ ਇਹ ਗੱਲ ਕਹਿਤੀ ਇਹਨਾਂ ਨੇ ਮੈਨੂੰ ਹਟਾ ਦੇਣਾ। ਤਕਰੀਬਨ ਜਿੰਨੇ ਕੁ ਉੱਥੇ ਲੋਕ ਆ ਨਾ ਸਾਰੇ ਡਰ ਕੇ ਕੰਮ ਕਰਦੇ ਨੇ ਕਿ ਸਾਨੂੰ ਹਟਾ ਨਾ ਦੇਣ। ਚੱਲ ਜੀ ਮੈਨੂੰ ਜਦ ਪੁਲਿਸਾਂ ਨੇ ਸੱਦਿਆ, ਮੈਂ ਦਿਖਾ ਤਾ ਜਿਹੜਾ ਉਹ। ਤੇ ਉਹਨਾਂ ਜੀ ਲਾਂਗਰੀ ਕਹਿੰਦੇ ਨਹੀਂ ਜੀ ਮੈਗਜ਼ੀਨ ਨੇ। ਉਹ ਥਾਣੇਦਾਰ ਕਹਿੰਦਾ ਨਹੀਂ, ਕਹਿੰਦਾ ਗੁਟਕੇ ਨੇ। ਇਹਨੇ ਦੇਖ ਕੇ ਨਾ ਜੀ ਫਿਰ ਆਪਣੇ ਦਫ਼ਤਰ 'ਚ ਆ ਗਿਆ। ਦਫ਼ਤਰ ਦੇ ਵਿੱਚ ਜੀ ਉਹਨਾਂ ਨੇ ਪਤਾ ਨਹੀਂ ਉਹਨੂੰ ਥਾਣੇਦਾਰ ਨੂੰ ਕੀ ਫੂਕ ਮਾਰ ਦਿੱਤੀ ਆ। ਤੇ ਥਾਣੇਦਾਰ ਕਹਿੰਦਾ ਜੀ ਨਹੀਂ ਜੀ ਭਾਗ ਸਿੰਘ ਨੂੰ ਇਹਨਾਂ ਨੇ ਹਟਾਤਾ ਜੀ, ਇਹਨੇ ਤਾਂ ਇਹ ਇਲਜ਼ਾਮ ਲਾਇਆ। ਭਾਗ ਸਿੰਘ ਨੇ ਝੂਠਾ ਇਲਜ਼ਾਮ ਲਾਇਆ। ਚੱਲ ਜੀ ਮੈਨੂੰ ਉਹਨਾਂ ਨੇ ਫਿਰ 7 ਤਰੀਕ ਨੂੰ ਜਵਾਬ ਦੇਤਾ ਵੀ ਤੈਂ ਡਿਊਟੀ ਨੂੰ ਚੜ੍ਹਨਾ, ਕੰਮ ਤੇ ਨਹੀਂ ਆਉਣਾ। ਚੱਲ ਜੀ ਉਹਨੇ ਮੇਰਾ ਸ਼ਾਮ ਨੂੰ ਹਿਸਾਬ ਕਰਤਾ। ਮੈਂ 8 ਤਰੀਕ ਨੂੰ ਮੈਂ ਘਰ ਆ ਗਿਆ ਜੀ। ਤੇ ਫਿਰ ਜੀ ਉਹਨਾਂ ਨੇ ਮੈਨੂੰ ਸੱਦਿਆ 13 ਤਰੀਕ ਨੂੰ। 13 ਤਰੀਕ ਨੂੰ ਉਹ ਸਾਰੀ ਕਮੇਟੀ ਬੈਠੀ ਜੀ। ਤੇ ਮੈਨੂੰ ਬਿਆਨ ਪੁੱਛਿਆ ਮਿੰਟ ਮਿੰਟ, ਹਾਂ ਪਾਸ ਹੈ ਕਿਵੇਂ ਹੋਇਆ, ਹਾਂ ਪਾਸ ਹੈ ਕਿਵੇਂ ਹੋਇਆ। ਇਹ ਆਪਣੇ ਬਿਆਨਾਂ ਤੋਂ ਉਲਝੇ ਵੇ। ਤੇ ਉਸ ਤਰ੍ਹਾਂ ਮੈਂ ਲਿਖਾਉਂਦਾ ਰਿਹਾ ਜੀ। ਭਾਪੇ ਦਾ ਗੁਰਦੁਆਰਾ ਜੀ ਇੱਕ, ਜਿਹੜਾ ਉੱਥੇ ਪ੍ਰਧਾਨ ਸੀਗਾ ਉਹ ਆਪਣੇ ਸ਼ੇਰਗਿੱਲ ਸੀਗਾ ਪਰਮਜੀਤ ਸਿੰਘ। ਤੇ ਉਹਦੀ ਏਡੀ ਚੱਲਦੀ ਨਹੀਂ ਸੀ ਪ੍ਰਧਾਨ ਦੀ, ਕਿ ਭਾਪੇ ਬਹੁਤੇ ਸੀਗੇ। ਤੇ ਜੀ ਉਹਨਾਂ ਨੇ ਫਿਰ ਮੈਨੂੰ ਹਟਾ ਤਾ। ਮੈਂ 13 ਤਰੀਕ ਨੂੰ ਜਦ ਮੈਂ ਉੱਥੇ ਗਿਆ ਨਾ ਜੀ, ਉਹਨਾਂ ਨੇ ਬਿਆਨ ਬੂਨ ਜਿਹਾ ਲੈ ਕੇ ਫਿਰ ਉਹਨੂੰ ਲਾਂਗਰੀ ਨੂੰ ਕਹਿੰਦੇ ਵੀ ਲਾਂਗਰੀ ਵੀ ਅੱਗ ਕਿਹਨੇ ਲਾਈ ਆ ਇਹ। ਉਹ ਲਾਂਗਰੀ ਕਹਿੰਦੇ ਭਾਗ ਸਿੰਘ ਨੇ ਲਾਈ ਆ, ਸਾਡੇ ਨਾਲ ਭਾਗ ਸਿੰਘ ਆ ਜੀ। ਤੇ ਕਹਿੰਦਾ ਭਾਗ ਸਿੰਘ ਨੇ ਲਾਈ ਆ। ਉਹ ਮੈਂ ਕਿਹਾ ਵੀ ਇਹਨਾਂ ਨੇ ਮੈਨੂੰ ਉਲਝਾ ਰਿਹਾ। ਇੱਕ ਤਾਂ ਜੀ ਉਹਨਾਂ ਨੇ ਮੇਰਾ ਜਿਹੜਾ ਫੋਨ ਸੀਗਾ ਉਹ ਫੋਨ ਨਹੀਂ ਮੇਰਾ ਦਿੱਤਾ ਜੀ। ਉਹਨਾਂ ਨੇ ਵਿੱਚ ਮੇਰੇ ਫੋਟੋ ਕਰਕੇ ਨਾ ਦਿੱਤਾ ਨਹੀਂ ਉਹਦਾ ਮੇਰਾ। ਤੇ ਉਹ ਮੈਂ ਫਿਰ ਮੈਨੂੰ ਬੜਾ ਮੈਂ ਘਾਬਰ ਗਿਆ ਜੀ। ਮੈਂ ਕਿਹਾ ਵੀ ਜਿਹੜਾ ਫਿਰ ਮੇਰੇ ਨਾਲ ਇਲਜ਼ਾਮ ਲੱਗਦਾ। ਮਤਲਬ ਜਿਹੜੇ ਬੰਦੇ ਨੇ ਦੱਸਿਆ ਆ ਕੇ, ਜੋ ਵੀ ਉਸ ਗੁਰਦੁਆਰੇ ਦਾ ਪ੍ਰਧਾਨ ਸੀਗਾ ਜਾਂ ਜੋ ਵੀ ਉੱਥੇ ਦੇ ਮੈਂਬਰ ਸੀਗੇ, ਜਿਨ੍ਹਾਂ ਨੂੰ ਦੱਸਿਆ ਇਸ ਬੰਦੇ ਨੇ ਵੀ 2 ਗੱਠੜੀਆਂ ਪੂਰੀਆਂ ਭੱਠੀ 'ਚ ਪਾ ਕੇ ਮਿੱਟੀਆ ਤੇਲ ਪਾ ਕੇ ਗੁਟਕਾ ਸਾਹਿਬ ਦੀਆਂ ਇਹਨਾਂ ਨੇ ਫੂਕੀਆਂ। ਇੱਕ ਪੁਰਾਤਨ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਦੇ ਘਰੋਂ ਆਇਆ ਸੀਗਾ, ਉਹ ਵੀ ਇਹਨਾਂ ਨੇ ਅਗਨ ਭੇਟ ਕਰਤਾ। ਤੇ ਮਤਲਬ ਦੇਖੋ ਗੱਲ ਇਹ ਨਹੀਂ ਹੈ ਕਿ ਗੁਰਦੁਆਰੇ ਦੇ ਵਿੱਚ ਜ਼ਿਆਦਾ ਦਬਦਬਾ ਕਿਹਦਾ ਆ। ਮਾਫ਼ ਕਰਨਾ, ਉਰੇ ਕੋਈ ਕਾਸਟਿਜ਼ਮ ਨਹੀਂ ਹੈਗੇ। ਜਿੱਦਾਂ ਉਹਨਾਂ ਨੇ ਬਾਪੂ ਨੇ ਕਿਹਾ ਵੀ ਭਾਪਿਆਂ ਦਾ ਉੱਥੇ ਬਹੁਤ ਜ਼ਿਆਦਾ ਦਬਦਬਾ ਆ। ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ, ਸਾਰੇ ਸਾਡੇ ਭਰਾ ਨੇ। ਪਰ ਹਾਂ, ਜੇ ਅਜਿਹੀਆਂ ਕਰਤੂਤਾਂ ਉੱਥੇ ਹੁੰਦੀਆਂ ਨੇ, ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਇਸ ਦੀ ਘੋਖ ਕਰਨੀ ਤੁਹਾਡਾ ਫਰਜ਼ ਬਣਦਾ ਵੀ ਆਖਿਰ ਮੁਲਜ਼ਮ ਉਦੋਂ ਕੌਣ ਸੀਗੇ ਜਿਹਨਾਂ ਨੇ ਇਹ ਕਾਂਡ ਕੀਤੇ। ਨਾਮ ਵੈਸੇ ਉਹਨੇ ਦੱਸਤੇ ਜਿਹਨਾਂ ਨੇ ਕੀਤੇ। ਪਰ ਇਹ ਕਰਤੂਤਾਂ ਹੁੰਦੇ ਹੋਇਆਂ ਵੀ ਅਸੀਂ ਚੁੱਪ ਕਿਉਂ ਆ? ਅਸੀਂ ਗੁਰੂ ਘਰ ਜਾ ਕੇ ਜਿੰਨੇ ਮਰਜ਼ੀ, ਫਿਰ ਤੁਸੀਂ ਚਾਹੇ ਪੋਚੇ ਮਾਰ ਲਓ, ਝਾੜੂ ਮਾਰ ਲਓ, ਚਾਹੇ ਤੁਸੀਂ ਬੈਠ ਕੇ ਤਾਬਿਆਂ 'ਤੇ ਪਾਠ ਕਰੀ ਜੋ, ਅਖੰਡ ਚੌਂਕੜੇ 'ਚ ਪਾਠ ਕਰ ਲਓ, ਕੋਈ ਕੰਮ ਨਹੀਂ ਆਉਣਾ। ਮਹਿੰਗੇ ਤੋਂ ਮਹਿੰਗੇ ਰੁਮਾਲੇ ਚੜਾ ਲਓ, ਚੰਦੂਆ ਸਾਹਿਬ ਚੜਾ ਲਓ, ਕੋਈ ਕੰਮ ਨਹੀਂ ਆਣੇ। ਸੰਗਤ ਜੀ ਤੁਹਾਡੇ ਯਾਦ ਰੱਖਿਓ, ਗੁਰੂ ਘਰ ਨਾਲ ਜਿਹਨੇ ਅੱਜ ਤੱਕ ਮੱਥਾ ਲਾਇਆ ਨਾ, ਉਹਨੂੰ ਭੋਗਣਾ ਪਿਆ ਆ। ਤੇ ਜੋ ਅਜਿਹੀਆਂ ਕਰਤੂਤਾਂ ਕਰ ਰਹੇ ਨੇ ਕਿ ਬਾਣੀ ਨੂੰ ਤੁਸੀਂ ਮਿੱਟੀਆ ਤੇਲ ਪਾ ਕੇ ਫੂਕ ਰਹੇ ਹੋ,
ਤੁਹਾਨੂੰ ਪਤਾ ਹੈ ਨਾ ਵੀ ਹਰ ਚੀਜ਼ ਅਗਰ ਸਾਡੇ ਸਰੂਪ ਵਿਰਧ ਹੋ ਜਾਣ ਜਾਂ ਗੁਟਕਾ ਸਾਹਿਬ ਵਿਰਧ ਹੋ ਜਾਣ ਤਾਂ ਉਹਨਾਂ ਨੂੰ ਅਗਨ ਭੇਟ ਕਰਨ ਦੀ ਵੀ ਇੱਕ ਪ੍ਰਕਿਰਿਆ ਆ। ਉਸ ਪ੍ਰਕਿਰਿਆ ਦੇ ਤਹਿਤ ਹੀ ਅਸੀਂ ਉਹਨੂੰ ਅਗਨ ਭੇਟ ਕਰਦੇ ਹਾਂ। ਮਿੰਟਿਆ ਦੇਰ ਪਾ ਕੇ ਨਹੀਂ ਅਸੀਂ ਫੂਕਦੇ। ਤੇ ਜਿਹਨਾਂ ਨੇ ਫੂਕੇ ਨੇ ਫਿਰ ਉਹ ਦੇਖਿਓ ਵੀ ਉਹ ਉੱਤੇ ਵਾਲਾ ਫਿਰ ਕਿੱਦਾਂ ਅਲੱਗ-ਅਲੱਗ ਤਰੀਕੇ ਨਾਲ ਤੁਹਾਡੀ ਫੂਕ ਕੱਢਦਾ ਹੈ। ਖੈਰ ਇਹ ਮੈਂ ਸਿਰਫ ਸੰਗਤ ਜੀ ਤਾਂ ਸੁਣਾ ਰਿਹਾ ਹਾਂ ਵੀ ਇਹ ਸਿਰਫ SGPC ਦੇ ਅਧੀਨ ਆਉਂਦੇ ਗੁਰਦੁਆਰਿਆਂ ਦਾ ਹਾਲ ਨਹੀਂ ਹੈ। SGPC ਦੇ ਜਿਹੜੇ ਬਾਹਰ ਗੁਰਦੁਆਰੇ ਨੇ ਮਤਲਬ ਪ੍ਰਾਈਵੇਟ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਵੀ ਬਹੁਤਾਤ ਮਸੰਦ ਹੀ ਬੈਠੇ ਆ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਸਿਰਫ ਗੋਲਕਾਂ ਵਾਂਗ ਵਰਤ ਲਿਆ, ਨਹੀਂ ਤਾਂ ਆਪਣੇ ਅਯਾਸ਼ੀ ਦੇ ਅੱਡੇ ਬਣਾਏ ਆ। ਨੈਣੂ ਮਹੰਤ ਕੱਢੇ ਸੀ ਨਾ, ਇਹ ਹਾਲ ਮਹੰਤਾਂ ਤੋਂ ਮਾੜਾ ਆ ਗਿਆ ਆ ਇਸ ਵੇਲੇ। ਤਾਂ ਮੈਂ ਦਿਖਾਣਾ ਆ ਵੀ ਕੀ ਕਿੱਥੇ ਕਿੱਥੇ ਕਿੱਦਾਂ ਹੋ ਰਿਹਾ ਆ। ਤੇ ਜੇਕਰ ਸਾਡੇ ਆ ਪਿਓ ਜਿਹੜੇ ਬੈਠੇ ਆ ਬਣ ਕੇ ਜਥੇਦਾਰ ਪ੍ਰਧਾਨ, ਜੇ ਇਹ ਜਾਗਦੀਆਂ ਜ਼ਮੀਰਾਂ ਵਾਲੇ ਹੁੰਦੇ ਨੇ ਤਾਂ ਬਾਹਰ ਕਿਸੇ ਦੀ ਹਿੰਮਤ ਹੀ ਨਹੀਂ ਪੈ ਸਕਦੀ ਕਿ ਪ੍ਰਾਈਵੇਟ ਗੁਰਦੁਆਰੇ ਦੇ ਵਿੱਚ ਵੀ ਕੋਈ 19-21 ਕਰ ਜਾਂਦਾ। ਪਰ ਇਹਨਾਂ ਨੂੰ ਜੇ ਪ੍ਰਾਈਵੇਟ ਗੁਰਦੁਆਰੇ ਦੇ ਵੱਲੋਂ ਵੀ ਕੋਈ ਜਾਗਦੀ ਜ਼ਮੀਰ ਵਾਲਾ ਖਾਤਾ ਦੇਖ ਕੇ ਦੱਸ ਦਿੰਦਾ ਵੀ ਆਹ ਗੁਰਦੁਆਰੇ ਦੇ ਵਿੱਚ ਆਹ ਧਾਂਦਲੀ ਚੱਲ ਰਹੀ ਹੈ, ਗੁਰੂ ਦੀ ਐਵੇਂ ਬੇਅਦਬੀ ਹੋ ਰਹੀ ਹੈ, ਗੁਰੂ ਦਾ ਸਹੀ ਪ੍ਰਕਾਸ਼ ਨਹੀਂ ਹੋ ਰਿਹਾ, ਸਹੀ ਸੁਖਾਸਨ ਨਹੀਂ ਹੋ ਰਿਹਾ, ਮਰਿਆਦਾ ਨਹੀਂ ਨਿਭਾਈ ਜਾ ਰਹੀ, ਇਹ ਤਾਂ ਪਹਿਲਾਂ ਜਿਹਦੇ ਖਿਲਾਫ ਕੰਪਲੇਨ ਹੁੰਦੀ ਪਹਿਲਾਂ ਉਹਦੇ ਕੋਲ ਜਾਂਦੇ ਨੇ ਸਾਨਗੜ ਕਰਨ, ਤੇਰੇ ਵਾਸਤੇ ਭਾਈ ਤੇਰੇ ਵੱਲੋਂ ਆਹ ਰਿਪੋਰਟ ਆਈ ਆ, ਆਹ ਬੰਦੇ ਨੇ ਕੀਤੀ ਆ, ਹੁਣ ਦੱਸ ਕੀ ਕਰੀਏ। ਸੰਧੀ ਕਰੇਗਾ ਸਾਡੇ ਨਾਲ, ਇਹਨੂੰ ਲਾ ਲਾਂਬੇ 4 ਮੈਂਬਰ ਸਾਡੇ ਪਾ ਵਿੱਚ, ਬਸ ਉਹ 4 ਮੈਂਬਰ ਉਹਨਾਂ ਦੇ ਪੈ ਗਏ, ਫਿਰ 6 ਉਹਨਾਂ ਦੇ ਪੈ ਗਏ, ਫਿਰ 8 ਉਹਨਾਂ ਦੇ ਪੈ ਗਏ, ਫਿਰ ਇੱਕ ਦਿਨ ਐਸਾ ਆਉਂਦਾ ਪਿੰਡ ਦੇ ਮੈਂਬਰ 1-2 ਹੀ ਰਹਿ ਜਾਂਦੇ ਆ ਗੁਰਦੁਆਰਾ SGPC ਦਾ। ਫਿਰ ਤੁਸੀਂ ਹੱਥ 'ਚ ਫੜ ਕੇ ਛੁੰਛਣਾ ਹਿਲਾਉਂਦੇ ਰਹੋ। ਇਹ ਤਾਂ ਮੈਂ ਇੱਕ ਤਰੀਕਾ ਦੱਸਿਆ, ਬੜੀਆਂ ਚਾਲਾਂ ਨੇ ਇੱਦਾਂ ਦੀਆਂ। ਖੈਰ ਹੁਣ ਗੱਲ ਕਰਦੇ ਹਾਂ ਜੀ ਦਰਸ਼ਨੀ ਡਿਓੜੀ ਦੇ ਦਰਵਾਜ਼ਿਆਂ ਦੀ, ਜਿਹੜੇ ਕਿ ਮੈਂ ਕੱਲ੍ਹ ਵੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਸੋਮਨਾਥ 'ਤੇ ਸੀਗੇ, ਪਰ ਉਹ ਕਨਫਰਮ ਹੋ ਗਿਆ ਹੈ ਜੀ। ਉਹ ਦਰਵਾਜ਼ੇ ਜਿਹੜੇ ਸੀ ਉਹ ਸੋਮਨਾਥ ਦੇ ਮੰਦਿਰ ਵਾਲੇ ਦਰਵਾਜ਼ੇ ਨਹੀਂ ਹੈ, ਕੋਈ ਉਹ ਅਜਿਹੇ ਦਰਵਾਜ਼ੇ ਹੈ ਹੀ ਨਹੀਂ। ਉਹ ਦਰਵਾਜ਼ੇ ਜਿਹੜੇ ਸੀਗੇ ਉਹ ਦਰਵਾਜ਼ੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਤਿਆਰ ਕਰਵਾਏ ਸੀ। ਉਸ ਦੇ ਵਿੱਚ ਹਾਥੀ ਦੰਦ ਲੱਗਿਆ ਹੋਇਆ ਸੀ, ਮਤਲਬ ਦਰਵਾਜ਼ਿਆਂ ਦੇ ਵਿੱਚ ਹਾਥੀ ਦੰਦ ਦੀ ਕਢਾਈ ਸੀ, ਜੋ ਕਿ ਕਿਤੇ ਨਾ ਕਿਤੇ ਮਤਲਬ ਇੰਡੀਅਨ ਗਵਰਨਮੈਂਟ ਦੇ ਹਿਸਾਬ ਦੇ ਨਾਲ ਇਲੀਗਲ ਹੈ। ਪਰ ਫਿਰ ਵੀ ਅਕਾਲ ਤਖਤ ਸਾਹਿਬ ਵੱਲੋਂ ਇਹ ਫਰਮਾਨ ਜਾਰੀ ਕਰਵਾਇਆ ਗਿਆ ਸੀ, ਕੀਤਾ ਗਿਆ ਸੀ ਵੀ ਇਹ ਦਰਵਾਜ਼ੇ ਜਿਹੜੇ ਨੇ ਉਹ ਲਗਾਏ ਜਾਣ। ਤੇ ਇਸ ਦੇ ਉੱਤੇ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਵਾਲੇ, ਉਹਨਾਂ ਦੇ ਦਸਤਖਤ ਸੀਗੇ ਇਸ ਫਰਮਾਨ ਦੇ ਉੱਤੇ। ਉਹ ਫਰਮਾਨ ਕਿੱਥੇ ਹੈ, ਉਹ ਦਸਤਖਤ ਕਿੱਥੇ ਨੇ, ਉਹ ਦਰਵਾਜ਼ੇ ਕਿੱਥੇ ਨੇ, ਕਿਉਂ ਅਗਰ ਫਰਮਾਨ ਜਾਰੀ ਕਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੇ ਤਾਂ ਦਰਵਾਜ਼ੇ ਕਿਉਂ ਨਹੀਂ ਲੱਗੇ, ਦਰਵਾਜ਼ੇ ਹੈ ਕਿੱਥੇ, ਜਾਂ ਬਹੁਤ ਮਹਿੰਗੇ ਦਰਵਾਜ਼ੇ ਸੀ ਆਪਣੇ ਚਾਹਣ ਵਾਲਿਆਂ ਨੂੰ ਗਿਫਟ ਕਰਤੇ ਚਾਹੀਦੇ ਨੇ। ਠੀਕ ਹੈ ਧਾਮੀ ਸਾਹਿਬ, ਬਹੁਤ ਇੱਜ਼ਤ ਦੇ ਨਾਲ, ਬਹੁਤ ਪਿਆਰ ਤੇ ਸਤਿਕਾਰ ਨਾਲ, ਕਿਉਂਕਿ ਪਤਾ ਮੈਨੂੰ ਇਹ ਵੀ ਲੱਗਿਆ ਸੀ ਕੁਝ ਦਰਵਾਜ਼ੇ ਥੱਲੇ ਪਏ ਨੇ। ਹੁਣ ਇਹ ਉਹ ਥੱਲੇ ਜਿਹੜੇ ਦਰਵਾਜ਼ੇ ਪਏ ਨੇ ਉਹ ਕਿਹੜੇ ਨੇ, ਕਿੱਥੇ ਨੇ, ਤੇ ਭੂਰੀ ਵਾਲੇ ਬਾਬਿਆਂ ਤੋਂ ਵੀ ਪੁੱਛਣਾ ਬਣਦਾ ਹੈ ਕਿ ਕਿੰਨੇ ਦਰਵਾਜ਼ੇ ਕਿੱਦਾਂ ਬਣਾਏ ਸੀ ਤੇ ਉਹ ਅੱਜ ਤੱਕ ਕਿਉਂ ਨਹੀਂ ਲੱਗੇ। ਕਿਉਂਕਿ ਤੁਹਾਡੇ ਆ ਕੰਮ ਨੇ ਕਹਿਤਾ ਯਾਰ ਦਰਵਾਜ਼ੇ ਬੜੇ ਘੈਂਟ ਨੇ, ਡਰਾਇੰਗ ਰੂਮ 'ਚ ਮੇਰੇ ਜ਼ਿਆਦਾ ਘੈਂਟ ਲੱਗਣਗੇ। ਨਾ ਨਾ ਉਹ ਵਾਲੀ ਹਵੇਲੀ 'ਚ, ਉੱਥੇ ਕਿਹੜਾ ਕੋਈ ਆਉਂਦਾ ਜਾਂਦਾ, ਉੱਥੇ ਤਾਂ ਆਪਣੇ ਟੱਬਰ ਆਉਂਦੇ ਨੇ, ਉਹ ਹਵੇਲੀ 'ਚ ਬੜੇ ਵਧੀਆ ਲੱਗਣਗੇ। ਅਜਿਹਾ ਤਾਂ ਨਹੀਂ ਹੋਇਆ ਨਾ, ਅਗਰ ਅਜਿਹਾ ਹੋਇਆ ਵੀ ਹੋਊਗਾ ਤਾਂ ਫਿਰ ਦੇਖ ਲਿਓ ਤੁਸੀਂ ਗੁਰੂ ਰਾਮਦਾਸ ਦੇ ਦਰ 'ਤੇ ਬੈਠੇ। ਮੈਂ ਪਹਿਲਾਂ ਕਿਹਾ ਵੀ ਗੁਰੂ ਰਾਮਦਾਸ ਦੇ ਦਰ 'ਤੇ ਬਹਿ ਕੇ ਗੁਰੂ ਨੂੰ ਧੋਖਾ ਨਾ ਦਿਓ। ਮੈਨੂੰ ਕੋਈ ਸ਼ੌਕ ਨਹੀਂ ਚੜਿਆ ਧਾਮੀ ਸਾਹਿਬ ਆਏ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਮੈਂ ਕੁਝ ਬੋਲਾਂ, ਪਰ ਜੇਕਰ ਤੁਸੀਂ ਆਪਣੀਆਂ ਕਰਤੂਤਾਂ ਸਾਂਭ ਲਓਗੇ ਤਾਂ ਫਿਰ ਹੋ ਸਕਦਾ ਆ ਵੀ ਆ ਜਿਹੜੀਆਂ ਯੂਨੀਅਨਸ ਬਣ ਰਹੀਆਂ ਨੇ SGPC ਦੇ ਵਿੱਚ, ਯੂਨੀਅਨਸ ਵੀ ਨਾ ਬਣਨ। ਜੇਕਰ ਤੁਸੀਂ ਚੜ੍ਹਦੀ ਕਲਾ ਵਾਲੇ ਕੰਮ ਕਰੋਗੇ ਤਾਂ ਹਰ ਕੋਈ ਚੜ੍ਹਦੀ ਕਲਾ ਦੇ ਨਾਲ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੁਰੂਗਾ। ਪਰ ਜੇ ਤੁਸੀਂ ਤਲਵੇ ਚੱਟ ਰਹੋਗੇ, ਜੇ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਓਗੇ, ਜੇ ਤੁਸੀਂ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਵੋਗੇ, ਜੇ ਤੁਸੀਂ ਅਜਿਹੇ ਸਟੋਰ ਕੀਪਰਾਂ ਨੂੰ, ਮੈਨੇਜਰਾਂ ਨੂੰ ਬਚਾਓਗੇ ਜਿਹੜੇ ਵਾਕਈ ਹੀ ਉਹ ਮਾਰਾ ਨੇ ਵੀ ਜਿਹੜੀਆਂ ਮੈਂ ਨਹੀਂ ਬੋਲ ਸਕਦਾ ਸੱਭਿਅਕ ਸ਼ਬਦ, ਤਾਂ ਫਿਰ ਸੰਗਤ ਨੇ ਤਾਂ ਆਪੇ ਤੁਹਾਨੂੰ ਛਿੱਤਰ ਫੇਰਨਾ ਹੀ ਫੇਰਨਾ, ਜਿਹੜੇ ਮਰਜ਼ੀ ਤਰੀਕੇ ਫੇਰੇ। ਤੇ ਜਿੱਦਣ ਉਸ ਗੁਰੂ ਰਾਮਦਾਸ ਨੇ ਫੇਰਿਆ ਉਦੋਂ ਤੁਹਾਨੂੰ ਸਾਹ ਵੀ ਨਹੀਂ ਆਣੇ। ਠੀਕ ਹੈ ਜੀ। ਤੇ ਅੰਤ ਦੇ ਵਿੱਚ ਮੈਂ ਇੱਕ ਗੱਲ ਕੁਝ ਪਹਿਲਾਂ ਐਪੀਸੋਡਸ ਦੇ ਵਿੱਚ ਕਹੀ ਸੀ, ਆਈ ਥਿੰਕ ਹਫ਼ਤੇ ਕੀ ਪਹਿਲਾਂ, ਕਿ ਇਹਨਾਂ ਨੇ ਇੱਕ ਥਾਂ ਦੇ ਉੱਤੇ ਟਰੱਕ ਨੂੰ ਟਰੰਕ ਬਣਾਤਾ ਸੀ ਜੀ। ਲੱਖਾਂ ਦਾ ਟਰੱਕ, 40-50 ਲੱਖ ਦਾ ਟਰੱਕ ਚੜਾਵੇ 'ਚ ਆਇਆ ਤੇ ਮਤਲਬ ਅੱਧਾ ਕੱਟ ਕੇ ਟਿੱਪੀ ਪਾਤੀ, ਟਰੰਕ ਬਣਾਤਾ। ਖੈਰ ਮੇਰੇ ਕੋਲ ਜਿਹੜੀ ਖਬਰ ਪਹੁੰਚੀ ਸੀਗੀ ਉਹ ਖਬਰ ਬਿਲਕੁਲ ਦਰੁਸਤ ਸੀ, ਕਿਉਂਕਿ ਇਸ ਦੀ ਪੁਸ਼ਟੀ ਪ੍ਰੋਫੈਸਰ ਇੰਦਰ ਘੱਗਾ ਨੇ ਕਰ ਦਿੱਤੀ ਹੈ। ਉਹਨਾਂ ਨੇ ਇੰਟਰਵਿਊ ਇੱਕ ਨਿੱਜੀ ਚੈਨਲ ਦਿੱਤੀ, ਮੈਂ ਦੇਖ ਰਿਹਾ ਸੀ, ਤੇ ਉਹਨਾਂ ਨੇ ਕਲੀਅਰਲੀ ਦੱਸਿਆ ਕਿ 40 ਤੋਂ 50 ਲੱਖ ਦਾ ਟਰੱਕ ਸੀਗਾ, ਜਿਹਨੂੰ ਇਹਨਾਂ ਨੇ ਆਪਣੇ ਦਸਤਾਵੇਜ਼ਾਂ ਦੇ ਵਿੱਚ, ਲੇਜ਼ਰਾਂ ਦੇ ਵਿੱਚ ਉਹਨੂੰ ਟਰੰਕ ਬਣਾਤਾ। ਹੁਣ ਇਹ ਸੋਚੋ ਵੀ ਟਰੰਕ ਜਿਹੜਾ ਆ ਇਹਨਾਂ ਨੇ ਕੀ ਰੱਖਣਾ ਟਰੰਕ 'ਚ। ਠੀਕ ਹੈ,
ਟਰੰਕ ਜਿਹੜਾ ਉਸ ਜ਼ਮਾਨੇ ਦੇ ਵਿੱਚ ਆਂਦਾ ਹੋਊਗਾ ਸਾਰਾ 500-700 ਹਜ਼ਾਰ 2000 ਦਾ, ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਿਹੜਾ ਟਰੰਕ ਆਂਦਾ ਹੋਊਗਾ। ਟਰੱਕ 40-50 ਲੱਖ ਦਾ। ਹੁਣ ਤੁਸੀਂ ਸਮਝ ਸਕਦੇ ਹੋ ਸੰਗਤ ਜੀ ਕਿਸ ਹੱਦ ਤੱਕ ਇਹ ਘੁਣ ਵਾਂਗ ਸਾਨੂੰ ਖਾ ਰਹੇ ਨੇ, ਕਿਸ ਹੱਦ ਤੱਕ ਇਹ ਲੱਗੇ ਹੋਏ ਨੇ ਸਾਨੂੰ ਚੱਟਣ ਵਾਸਤੇ ਗੁਰੂ ਘਰ ਦੀਆਂ ਗੋਲਕਾਂ ਵਿੱਚ ਵੜਨ, ਕਿਸ ਹੱਦ ਤੱਕ ਇਹ ਉੱਥੇ ਕੰਮ ਕਰਨ ਵਾਲੇ ਕਾਮਿਆਂ ਨੂੰ ਮਜਬੂਰ ਕਰ ਰਹੇ ਨੇ। ਇਸ ਕਰਕੇ ਮੈਂ ਲਾਸਟ 'ਚ ਇਹੀ ਬੇਨਤੀ ਕਰਦਾ, SGPC ਦੇ ਜਿੰਨੇ ਵੀ ਅਧਿਕਾਰੀ, ਜਿੰਨੇ ਵੀ ਇੰਪਲੋਈਜ਼ ਮੈਨੂੰ ਸੁਣਦੇ ਨੇ, ਜਿਹੜੇ ਮੈਨੂੰ ਪਿਆਰ ਕਰਦੇ ਨੇ, ਜਿਹੜੇ ਉਸ ਗੁਰੂ ਰਾਮਦਾਸ ਤੋਂ ਥੋੜਾ ਵੀ ਡਰਦੇ ਨੇ, ਉਹਨਾਂ ਨੂੰ ਮੈਂ ਇਹੀ ਕਹਾਂਗਾ ਗੁਰੂ ਰਾਮਦਾਸ ਤੋਂ ਜ਼ਰੂਰ ਡਰੋ, ਪਰ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਜਿੱਦਾਂ ਤੁਹਾਡੇ ਦੋ ਬੰਦਿਆਂ ਦੇ ਬਾਹਰ ਤਬਾਦਲੇ ਕੀਤੇ ਸੀ, ਤੁਸੀਂ ਯੂਨਿਟੀ ਬਣਾ ਕੇ ਖੜ ਗਏ ਨਾ, ਜਾ ਕੇ ਇਕੱਠ ਬਣਾ ਕੇ, ਇਹਨਾਂ ਦੀ ਜਾਨ ਨਿਕਲ ਗਈ ਨਾ, ਤਬਾਦਲੇ ਕੈਂਸਲ ਕੀਤੇ ਨਾ। ਜਿੱਥੇ ਗਲਤ ਕਰਦੇ ਨੇ ਇਹ, ਉੱਥੇ ਐਵੇਂ ਹੀ ਤੁਹਾਨੂੰ ਯੂਨਿਟੀ ਹੁਣ ਦਿਖਾਣੀ ਪੈਣੀ ਹੈ। ਜਿਹੜੀ ਸਰਾਂ ਦੇ ਵਿੱਚ ਕੋਈ ਵੀ ਮੈਨੇਜਰ, ਉਹਦਾ ਮੁੰਡਾ, ਕੋਈ ਬਾਹਰ ਵਾਲੇ ਬਾਬੇ ਦਾ ਜਵਾਈ, ਕੋਈ ਅੰਦਰ ਵਾਲੇ ਬਾਬੇ ਦਾ ਭਤੀਜਾ, ਠੀਕ ਹੈ ਨਾ, ਇਹਨਾਂ ਦੇ ਚਾਚੇ ਤਾਇਆਂ ਦੇ ਮੁੰਡੇ, ਕੋਈ ਦਾੜਾ ਕੱਟ ਕੇ ਆਂਦਾ ਨੌਕਰੀ ਤੇ, ਕੋਈ ਗੰਦੀ ਕਰਤੂਤ ਕਰਦਾ, ਕੋਈ ਬਾਹਰ ਧੀਆਂ ਭੈਣਾਂ ਨੂੰ ਛੇੜਦਾ, ਕੋਈ ਸਰਾਂ ਦੇ ਵਿੱਚ ਛੇੜਦਾ, ਫੜ ਲਓ, ਫੜ ਕੇ ਵੀਡੀਓ ਬਣਾਓ, ਝਾਂਬਾ ਕੱਢ ਕੇ ਵੀਡੀਓ ਬਣਾਓ। ਤੁਹਾਡੀ ਨੌਕਰੀ ਨੂੰ ਕੁਝ ਨਹੀਂ ਹੁੰਦਾ, ਵੀਡੀਓ ਮੈਨੂੰ ਭੇਜੋ ਬਸ। ਮੇਰਾ ਵਾਅਦਾ ਰਿਹਾ ਤੁਹਾਡੇ ਵਿੱਚੋਂ ਕਿਸੇ ਦੀ ਨੌਕਰੀ ਨੂੰ ਇਹ ਕੱਖ ਨਹੀਂ ਕਰ ਸਕਦੇ, ਕੱਖ ਵੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਠੀਕ ਹੈ ਜੀ। ਬਦਨਾਮ ਕਰਨ ਦੇ ਗਿਆਨੀ ਮਾਨ ਸਿੰਘ ਨੂੰ ਜਿੱਦਾਂ ਬਦਨਾਮ ਕੀਤਾ ਸੀ, ਕੁੜੀ ਕਮਰੇ 'ਚ ਭੇਜ ਕੇ ਬਦਨਾਮ ਕਰਨ ਦੇ, ਇਹਨਾਂ ਕੋਲ ਬਸ ਆਹੀ ਇੱਕ ਦੋ ਤਰੀਕੇ ਨੇ, ਹੋਰ ਕੋਈ ਨਹੀਂ ਹੈਗਾ। ਚੋਰੀਆਂ ਦਾ ਇਲਜ਼ਾਮ ਲਾਣਗੇ ਤੇ ਇਨਕੁਆਇਰੀ ਉਹਦੀ ਵੀ ਇੱਕ ਬੈਠੂਗੀ। ਹਿੱਕ ਠੋਕ ਕੇ ਲੜਨਾ ਸਿੱਖੋ। ਗੁਰੂ ਰਾਮਦਾਸ ਤੁਹਾਡੇ ਸਿਰ ਤੇ ਖੜੇ ਨੇ, ਉਹਨਾਂ ਦੀ ਸ਼ਰਨ 'ਚ ਖੜਨਾ ਸਿੱਖੋ। ਬਸ ਇੰਨਾ ਹੀ ਕਹਾਂਗਾ। ਪ੍ਰੋਗਰਾਮ ਚੰਗਾ ਲੱਗਿਆ ਹੋਇਆ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਜਿਹਨਾਂ ਨੇ ਚੈਨਲ ਦੀ ਮੈਂਬਰਸ਼ਿਪ ਲੈਣੀ ਹੈ ਤੇ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਹੈ, ਮੈਂਬਰਸ਼ਿਪ ਤੁਸੀਂ ਜ਼ਰੂਰ ਜੁਆਇਨ ਕਰੋ। ਇੰਨਾ ਹੀ ਮੇਰੇ ਵਾਸਤੇ ਬਹੁਤ ਹੋਏਗਾ। ਤੇ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਅਸੀਸਾਂ ਜੋ ਦਿੰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਹੀ ਰਹਾਂਗੇ। ਮੇਰੀ ਫਿਕਰ ਜ਼ਿਆਦਾ ਨਾ ਕਰਿਆ ਕਰੋ। ਉਹ ਗੁਰੂ ਰਾਮਦਾਸ ਬੈਠਿਆ ਹੈ, ਉਹਨੇ ਹੱਥ ਰੱਖਿਆ ਹੈ ਤੇ ਉਹਦੇ ਸਹਾਰੇ ਹੀ ਅੱਗੇ ਵੱਧ ਰਹੇ ਹਾਂ ਤੇ ਵੱਧਦੇ ਰਹਾਂਗੇ। ਜ਼ੁਬਾਨ ਉਦੋਂ ਤੱਕ ਬੰਦ ਮੇਰੀ ਨਹੀਂ ਹੋਣ ਲੱਗੀ ਜਦੋਂ ਤੱਕ ਇਹ ਗੰਦ ਸਾਫ਼ ਨਹੀਂ ਹੁੰਦਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।